हाँ जी, गुड ਈਵਨਿੰਗ जी। तो स्वागत है जी ਤੁਹਾਡਾ ਸਾਰਿਆਂ ਦਾ ਮਲੂਕਾ ਆਈਏਐਸ YouTube ਚੈਨਲ ਤੇ ਸਾਡੀ ਅੱਜ ਕਰੰਟ ਅਫੇਅਰਸ ਦੀ। हाँ जी, गुड ਈਵਨਿੰਗ जी राजवीर जी, प्रवीण जी, गुड ਈਵਨਿੰਗ, ਵੈਰੀ ਗੁੱਡ ਈਵਨਿੰਗ। ਕਰੰਟ ਅਫੇਅਰਸ ਦੀ ਸਾਡੀ ਅੱਜ ਇਹ 20ਵੀਂ ਕਲਾਸ ਹੈ ਜੀ। ਇਸ ਤੋਂ ਪਹਿਲਾਂ ਅਸੀਂ 19 ਕਲਾਸਾਂ ਸਾਡੀਆਂ ਹੋ ਚੁੱਕੀਆਂ ਨੇ ਤੇ ਅੱਜ ਅਸੀਂ 20th ਲੈਕਚਰ ਸਾਡਾ ਸਟਾਰਟ ਕਰਨ ਜਾ ਰਹੇ ਹਾਂ। ਤੇ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਕਿਰਨਦੀਪ ਜੀ, ਗੁੱਡ ਈਵਨਿੰਗ ਜੀ। ਸਤਿ ਸ਼੍ਰੀ ਅਕਾਲ ਜੀ ਗੁਰੂ ਕੀ ਫੌਜ ਤਰਨਾ ਦਲ, ਵੈਰੀ ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਅੱਜ ਸਵੇਰੇ ਤੁਹਾਨੂੰ ਸਾਡੇ ਜੋ ਟੈਲੀਗ੍ਰਾਮ ਚੈਨਲ ਆ ਮਲੂਕਾ ਆਈਏਐਸ ਪੰਜਾਬ ਪੀਸੀਐਸ ਨਾਮ ਤੋਂ, ਉਹਦੇ ਤੇ ਕਰੰਟ ਅਫੇਅਰਸ ਐਜ਼ ਵੈਲ ਐਜ਼ ਪੰਜਾਬ ਜੀਕੇ ਉਹਨਾਂ ਦੇ ਕੁਐਸਚਨਸ ਦੀ ਇੱਕ ਕੁਇਜ਼ ਤੁਹਾਡੇ ਲਈ ਪੋਸਟ ਕੀਤੀ ਗਈ ਸੀ। ਕਾਫੀ ਬੱਚਿਆਂ ਨੇ ਆਨਸਰ ਕੀਤੇ ਨੇ, ਬਹੁਤ ਵਧੀਆ। ਮਤਲਬ ਕਿ ਪਹਿਲਾਂ ਨਾਲੋਂ ਤੁਹਾਡੇ ਆਨਸਰ ਵੀ ਇੰਪਰੂਵ ਹੋ ਰਹੇ ਨੇ। ਹੁਣ ਜਿਵੇਂ ਕਹਿ ਲਓ ਜਿਹੜੇ ਰੇਟ ਆਫ ਕਰੈਕਟ ਆਨਸਰਸ ਆ ਨਾ, ਪਰਸੈਂਟੇਜ ਉਹਨਾਂ ਦੀ ਜ਼ਿਆਦਾ ਹੋ ਰਹੀ ਆ। ਦੈਟ ਮੀਨਸ ਜੋ ਤੁਸੀਂ ਪੜ੍ਹ ਰਹੇ ਹੋ ਉਹਨੂੰ ਰਿਵਾਈਜ਼ ਕਰ ਰਹੇ ਹੋ, ਬਹੁਤ ਵਧੀਆ ਗੱਲ ਆ। ਤੇ ਜਿਹੜੇ ਬੱਚੇ ਅਟੈਂਪਟ ਕਰ ਰਹੇ ਨੇ ਉਹਨਾਂ ਦਾ ਨੰਬਰ ਵੀ ਵੱਧ ਰਿਹਾ। ਸੋ ਹੋਰ ਵੀ ਜ਼ਿਆਦਾ ਉਸ ਚੀਜ਼ ਨੂੰ ਸ਼ੇਅਰ ਕਰੋ ਸੋ ਦੈਟ ਹੋਰ ਬੱਚੇ ਉਹਨਾਂ ਕੁਐਸਚਨਸ ਨੂੰ ਅਟੈਂਪਟ ਕਰ ਸਕਣ ਤੇ ਤੁਹਾਨੂੰ ਤੁਹਾਡਾ ਕੰਪੀਟੀਸ਼ਨ ਦਾ ਲੈਵਲ ਵੀ ਪਤਾ ਲੱਗ ਸਕੇ। ਠੀਕ ਹੈ ਜੀ। ਤੇ ਉਹਨਾਂ ਦੇ ਵਿੱਚੋਂ ਵੀ ਜੇ ਕਿਸੇ ਕੁਐਸਚਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਤੁਹਾਨੂੰ, ਤਾਂ ਤੁਸੀਂ ਇੱਥੇ ਕਮੈਂਟ ਕਰਕੇ ਉਹ ਵੀ ਪੁੱਛ ਸਕਦੇ ਹੋ, ਉਹਦੇ ਬਾਰੇ ਵੀ ਆਪਾਂ ਡਿਸਕਸ ਕਰ ਲਾਂਗੇ। ਤੇ ਜੋ ਸਾਡੀ ਅੱਜ ਦੀ ਕਲਾਸ ਆਪਾਂ ਉਹ ਸਟਾਰਟ ਕਰਦੇ ਹਾਂ। ਪੰਜਾਬੀ ਵਾਲੀ ਸਲਾਈਡ ਹੈ ਨਾ ਜੋ, ਉਹਦੇ 'ਚ ਥੋੜ੍ਹੀ ਜਿਹੀ ਕੋਈ ਐਰਰ ਕਰਕੇ ਉਹ ਇੱਥੇ ਡਿਸਪਲੇ ਨਹੀਂ ਹੋ ਰਹੀ, ਬਟ ਤੁਹਾਨੂੰ ਜੋ ਪੀਪੀਟੀ ਇਹਦੀ ਪ੍ਰੋਵਾਈਡ ਹੋਣੀ ਆ ਉਹਦੇ 'ਤੇ ਦੋਨੋਂ ਇੰਗਲਿਸ਼ ਪੰਜਾਬੀ ਪ੍ਰੋਪਰਲੀ ਮਿਲ ਜਾਣਗੇ। ਸੋ ਇੱਥੇ ਉਹ ਪਤਾ ਨਹੀਂ ਕੋਈ ਐਰਰ ਆ ਗਿਆ, ਉਹਦੇ ਕਰਕੇ ਪੰਜਾਬੀ ਵਾਲਾ ਪਾਰਟ ਡਿਸਪਲੇ ਨਹੀਂ ਹੋ ਰਿਹਾ ਪ੍ਰੋਪਰ। ਤੇ ਸਾਡਾ ਅੱਜ ਦਾ ਜੋ ਫਸਟ ਟੌਪਿਕ ਹੈ ਜੀ, ਦੈਟ ਇਜ਼ ਆਰਟੀਆਈ, ਰਾਈਟ ਟੂ ਇਨਫੋਰਮੇਸ਼ਨ, ਵੈਰੀ ਇੰਪੋਰਟੈਂਟ। ਇਹ ਸਾਡੇ ਪੇਪਰ ਦੇ ਲਈ ਬਹੁਤ ਇੰਪੋਰਟੈਂਟ ਆ, ਪ੍ਰੀ ਲਈ ਇੰਪੋਰਟੈਂਟ ਆ, ਮੇਨਸ ਲਈ ਇੰਪੋਰਟੈਂਟ ਆ। ਮੇਨਸ ਦੇ ਵਿੱਚ ਵੀ ਇਹਦੇ ਤੋਂ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ, ਪਲੱਸ ਪ੍ਰੀ ਦੇ ਵਿੱਚ ਵੀ ਕੁਐਸਚਨਸ ਇਹਦੇ ਇਸ ਟੌਪਿਕ 'ਚੋਂ ਮਿਲ ਜਾਂਦੇ ਨੇ। ਪੀਸੀਐਸ ਦੇ ਵਿੱਚ ਵੀ ਤੇ ਯੂਪੀਐਸਸੀ 'ਚ ਵੀ ਪੁੱਛੇ ਜਾਂਦੇ ਨੇ। ਸੋ ਦ ਕੁਐਸਚਨ ਅਬਾਊਟ ਆਰਟੀਆਈ ਇਜ਼ who among the following can file RTI in India? ठीक है जी। First option is only Indian citizens can file an RTI in India. Second, only Indian nationals can file. Third, any individual including foreigners residing in India can file RTI application. ठीक है जी। ਤੇ fourth option है none of the above. ਤੁਸੀਂ ਦੱਸਣਾ ਹੈ ਨਾ ਜੋ ਕਿਹੜੀ ਸਟੇਟਮੈਂਟ ਠੀਕ ਹੈ ਕਿਹੜੀ ਸਟੇਟਮੈਂਟ ਗਲਤ ਹੈ। ਹਾਂਜੀ ਪ੍ਰਵੀਨ ਜੀ, ਵੈਲਕਮ ਜੀ, ਵੈਲਕਮ। ਤੁਹਾਡਾ ਪਹਿਲਾ ਦਿਨ ਆ ਅੱਜ ਇੱਥੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਦੀਆਂ ਕਲਾਸਿਸ ਵੀ ਤੁਸੀਂ ਜ਼ਰੂਰ ਦੇਖਿਓ ਤੇ ਰੈਗੂਲਰਲੀ ਦੇਖਦੇ ਰਹੋ ਇਹਨਾਂ ਵੀਡੀਓਜ਼ ਨੂੰ, ਜ਼ਰੂਰ ਤੁਹਾਡੀ ਹੈਲਪ ਹੋਊ। ਤੇ ਅੱਗੇ ਵੀ ਸ਼ੇਅਰ ਕਰੋ ਸੋ ਦੈਟ ਤੁਹਾਡੇ ਵਾਂਗ ਹੋਰ ਵੀ ਬੱਚਿਆਂ ਨੂੰ ਇਹਦੇ ਬਾਰੇ ਪਤਾ ਲੱਗੇ। ਤੇ ਜੋ ਇੱਥੇ ਤੁਹਾਨੂੰ ਅਸੀਂ ਪੰਜਾਬ ਪੀਸੀਐਸ ਦੇ ਲਈ ਪ੍ਰੋਵਾਈਡ ਕਰ ਰਹੇ ਹਾਂ, ਜੋ ਕਲਾਸਿਸ ਦੇ ਰਹੇ ਹਾਂ ਫ੍ਰੀ ਆਫ ਦਾ ਕਾਸਟ, ਉਹਨਾਂ ਦਾ ਬੈਨੀਫਿਟ ਹੋਰ ਵੀ ਬੱਚਿਆਂ ਨੂੰ ਪਹੁੰਚ ਸਕੇ। ਸੋ ਦੈਟ ਇਹਨਾਂ ਕਲਾਸਿਸ ਨੂੰ, ਇਹਨਾਂ ਜੋ ਸਾਡੀਆਂ ਟੈਲੀਗ੍ਰਾਮ ਚੈਨਲ ਆ ਜੋ ਉਹਦੇ 'ਤੇ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆਉਂਦੇ, ਉਹਨਾਂ ਨੂੰ ਹੋਰ ਵੀ ਜ਼ਿਆਦਾ ਸ਼ੇਅਰ ਕਰੋ। ਚਲੋ ਹੁਣ ਆਪਾਂ ਟੌਪਿਕ ਆਪਣਾ ਜੋ ਅੱਜ ਦਾ ਹੈ ਉਹ ਸਟਾਰਟ ਕਰਦੇ ਹਾਂ ਜੀ। ਵਾਈ ਆਰਟੀਆਈ ਇਜ਼ ਇਨ ਨਿਊਜ਼। As per a report, the backlog of appeals under RTI Act is steadily increasing every year. ਮਤਲਬ ਪਿਛਲੇ ਕਈ ਸਾਲਾਂ ਤੋਂ ਜੋ ਉੱਥੇ ਬੈਕਲੌਗਸ ਪਏ ਨੇ, ਜੋ ਪੈਂਡਿੰਗ ਅਪੀਲਸ ਪਈਆਂ ਨੇ with the information commissioners, with the information commissions, both at national and state levels, ਉਹਨਾਂ ਦਾ ਜੋ ਨੰਬਰ ਹੈ ਉਹ ਐਵਰੀ ਈਅਰ ਇਨਕਰੀਜ਼ ਹੋ ਰਿਹਾ। ਇਹ ਰੀਸੈਂਟਲੀ ਇੱਕ ਰਿਪੋਰਟ ਪਬਲਿਸ਼ ਹੋਈ ਆ, ਦੈਟਸ ਵਾਈ ਆਰਟੀਆਈ ਵਾਜ਼ ਇਨ ਨਿਊਜ਼। ਤੇ ਸਾਡੇ ਲਈ ਉਹਨੂੰ ਜਾਣਨਾ ਜ਼ਰੂਰੀ ਹੋ ਜਾਂਦਾ। ਆਰਟੀਆਈ ਹੈ ਕੀ ਆ? ਜਿਵੇਂ ਆਪਾਂ ਕਹਿੰਦੇ ਰਾਈਟ ਟੂ ਇਨਫੋਰਮੇਸ਼ਨ, ਇਹ ਇੱਕ ਲੀਗਲ ਰਾਈਟ ਹੈ। ਰਾਈਟ ਟੂ ਇਨਫੋਰਮੇਸ਼ਨ ਇਜ਼ ਅ ਲੀਗਲ ਰਾਈਟ ਆਫ ਐਵਰੀ ਸਿਟੀਜ਼ਨ ਟੂ ਹੈਵ ਐਕਸੈਸ ਟੂ ਦ ਪਬਲਿਕ ਇਨਫੋਰਮੇਸ਼ਨ ਔਰ ਦ ਡਾਕੂਮੈਂਟਸ। ਠੀਕ ਹੈ ਜੀ। ਜੋ ਵੀ ਸਰਕਾਰੀ ਦਸਤਾਵੇਜ਼ ਨੇ, ਜੋ ਵੀ ਸਰਕਾਰੀ ਡਾਕੂਮੈਂਟਸ ਨੇ, ਉਹਨਾਂ ਨੂੰ ਉਹਨਾਂ ਦੀ ਲੋਕਾਂ ਤੱਕ ਪਹੁੰਚ ਪ੍ਰੋਵਾਈਡ ਕਰਨਾ, ਲੋਕਾਂ ਨੂੰ ਜਾਂ ਕਹਿ ਲਓ ਲੋਕਾਂ ਦੀ ਉਹਨਾਂ ਦਸਤਾਵੇਜ਼, ਉਹਨਾਂ ਡਾਕੂਮੈਂਟਸ ਤੱਕ ਪਹੁੰਚ ਦੀ ਜਿਹੜੀ ਇੱਕ ਰਾਈਟ ਹੈ, ਇੱਕ ਲੀਗਲ ਰਾਈਟ ਹੈ, ਉਹਨਾਂ ਦਾ ਇੱਕ ਲੀਗਲ ਅਧਿਕਾਰ ਹੈ, ਉਹਨੂੰ ਅਸੀਂ ਰਾਈਟ ਟੂ ਇਨਫੋਰਮੇਸ਼ਨ ਕਹਿੰਦੇ ਹਾਂ। ਠੀਕ ਹੈ ਜੀ। ਇਨਕਲੂਡਿੰਗ ਰਿਕਾਰਡਸ ਆਫ ਬੋਥ ਸੈਂਟਰਲ ਐਂਡ ਸਟੇਟ ਗਵਰਨਮੈਂਟਸ। It was recognized as a right under RTI Act 2005
ਵੈਰੀ ਇੰਪੋਰਟੈਂਟ RTI ਐਕਟ 2005 ਦੇ ਵਿੱਚ ਪਾਸ ਕੀਤਾ ਗਿਆ, ਜਿਹਦੇ ਅੰਡਰ ਇਨ ਰਾਈਟ ਟੂ ਇਨਫੋਰਮੇਸ਼ਨ ਨੂੰ ਇੱਕ ਲੀਗਲ ਰਾਈਟ ਦਾ ਦਰਜਾ ਦਿੱਤਾ ਗਿਆ। ਠੀਕ ਹੈ ਜੀ, ਧਿਆਨ ਰੱਖਿਓ ਇਹ ਕੌਨਸਟੀਟਿਊਸ਼ਨਲ ਰਾਈਟ ਨਹੀਂ ਹੈ, ਇਹ ਸਾਡਾ ਫੰਡਾਮੈਂਟਲ ਰਾਈਟ ਨਹੀਂ ਹੈ, ਇਹ ਸਿਰਫ ਸਾਡਾ ਇੱਕ ਲੀਗਲ ਰਾਈਟ ਹੈ। ਬਿਕੋਜ਼ ਇਹਦੇ ਲਈ ਇੱਕ ਕਾਨੂੰਨ ਬਣਿਆ ਹੋਇਆ, ਇਹਦੇ ਲਈ ਇੱਕ ਲਾਅ ਪਾਸ ਹੋਇਆ, ਤਾਂ ਕਰਕੇ ਸਾਡਾ ਲੀਗਲ ਰਾਈਟ ਹੈ। ਨਾ ਹੀ ਤਾਂ ਸਾਡਾ ਕੌਨਸਟੀਟਿਊਸ਼ਨਲ ਰਾਈਟ ਹੈ ਇਹ, ਤੇ ਨਾ ਹੀ ਸਾਡਾ ਫੰਡਾਮੈਂਟਲ ਰਾਈਟ ਹੈ। ਠੀਕ ਹੈ ਜੀ, ਫੰਡਾਮੈਂਟਲ ਰਾਈਟ ਦੇ ਵਿੱਚ ਅਸੀਂ ਇਹਨੂੰ ਪਾਰਟ ਮੰਨ ਸਕਦੇ ਹਾਂ ਸਾਡਾ, ਜਿਵੇਂ ਕਹਿ ਲਓ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਜੋ ਆਰਟੀਕਲ 19 ਦੇ ਅੰਡਰ ਆਉਂਦਾ, ਉਹਦੇ ਅੰਡਰ ਅਸੀਂ ਇਹਨੂੰ ਐਜ਼ ਅ ਫੰਡਾਮੈਂਟਲ ਰਾਈਟ ਵੀ ਕੰਸੀਡਰ ਕਰ ਸਕਦੇ ਹਾਂ, ਮੰਨਿਆ ਜਾਂਦਾ। ਠੀਕ ਹੈ ਜੀ, ਬਟ ਜਿਵੇਂ ਕਹਿ ਲਓ ਇਹਦੇ ਲਈ ਕੋਈ ਸੈਪਰੇਟ ਆਰਟੀਕਲ ਨਹੀਂ ਹੈ, ਬਟ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਦੇ ਅੰਡਰ RTI ਨੂੰ ਐਜ਼ ਅ ਫੰਡਾਮੈਂਟਲ ਰਾਈਟ ਵੀ ਕੰਸੀਡਰ ਕੀਤਾ ਜਾਂਦਾ, ਧਿਆਨ ਰੱਖਿਓ। ਦੈਨ ਏਮ ਆਫ ਦਾ ਐਕਟ, ਇਸ ਕਾਨੂੰਨ ਦਾ ਜੋ ਐਕਟ ਪਾਸ ਕੀਤਾ ਗਿਆ ਇਹਦਾ ਏਮ ਕੀ ਹੈ, ਇਹਦਾ ਮੰਤਵ ਕੀ ਹੈ, ਕਿਉਂ ਇਹ ਕਾਨੂੰਨ ਪਾਸ ਕੀਤਾ ਗਿਆ? ਪਹਿਲੀ ਗੱਲ, ਟੂ ਇੰਪਾਵਰ ਦਾ ਸਿਟੀਜ਼ਨਸ। ਠੀਕ ਹੈ ਜੀ, ਦੂਸਰਾ ਹੈ ਜੋ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਨੂੰ ਪ੍ਰਮੋਟ ਕਰਨਾ ਇਨ ਦਾ ਵਰਕਿੰਗ ਆਫ ਦਾ ਗਵਰਨਮੈਂਟਸ, ਉਹਨਾਂ ਦੀ ਜੋ ਵੀ ਉਹਨਾਂ ਦਾ ਕੰਮਕਾਰ ਹੈ ਉਹਦੇ 'ਚ ਆਪਾਂ ਪਾਰਦਰਸ਼ਤਾ ਤੇ ਉਹਨਾਂ ਦੀ ਆਨਸਰੇਬਿਲਿਟੀ, ਉਹਨਾਂ ਦੀ ਅਕਾਊਂਟੇਬਿਲਿਟੀ, ਉਹਨਾਂ ਦੀ ਜਵਾਬਦੇਹੀ ਨੂੰ ਪ੍ਰਮੋਟ ਕਰਨਾ। ਤੇ ਜੇ ਅਕਾਊਂਟੇਬਿਲਿਟੀ ਤੇ ਟਰਾਂਸਪੇਰੈਂਸੀ ਕਿਤੇ ਵੀ ਪ੍ਰਮੋਟ ਹੋ ਰਹੀ ਹੈ, ਦੈਟ ਮੀਨਸ ਅਸੀਂ ਕਰਪਸ਼ਨ ਨੂੰ ਕਰਟੇਲ ਕਰ ਰਹੇ ਹਾਂ, ਕਰਪਸ਼ਨ ਨੂੰ ਰੋਕ ਰਹੇ ਹਾਂ। ਸੋ ਕਰਪਸ਼ਨ ਨੂੰ ਰੋਕਣਾ ਵੀ ਇਹਦੇ ਏਮ ਦੇ ਵਿੱਚ ਇੱਕ ਇਹਦਾ ਏਮ ਹੈ। ਦੈਨ ਪਾਰਟਿਸਿਪੇਟਰੀ ਡੈਮੋਕ੍ਰੇਸੀ, ਬਿਕੋਜ਼ ਪਾਰਟਿਸਿਪੇਟਰੀ ਡੈਮੋਕ੍ਰੇਸੀ ਮਤਲਬ ਜਿੱਥੇ ਸਿਟੀਜ਼ਨਸ ਸਾਡੇ ਲੋਕਤੰਤਰ ਦੇ ਵਿੱਚ ਹਿੱਸੇਦਾਰ ਹੁੰਦੇ ਨੇ, ਪਾਰਟਿਸਿਪੇਟ ਕਰਦੇ ਨੇ। ਤੇ ਇਹਦੇ ਨਾਲ ਕਿਵੇਂ ਪਾਰਟਿਸਿਪੇਟਰੀ ਹੁੰਦੀ ਹੈ, ਇਹਦੇ ਨਾਲ ਸਾਡੀ ਡੈਮੋਕ੍ਰੇਸੀ ਪਾਰਟਿਸਿਪੇਟਰੀ ਕਿਵੇਂ ਬਣਦੀ ਹੈ? ਬਿਕੋਜ਼ ਜੋ ਵੀ ਗਵਰਨਮੈਂਟ ਇਨਫੋਰਮੇਸ਼ਨ ਆ, ਜੋ ਵੀ ਗਵਰਨਮੈਂਟ ਡਾਕੂਮੈਂਟਸ ਨੇ, ਜੇ ਉਹ ਲੋਕਾਂ ਦੀ ਪਹੁੰਚ ਦੇ ਵਿੱਚ ਹੋਣਗੇ ਤਾਂ ਲੋਕ ਉਹਨਾਂ ਦੇ ਰਿਗਾਰਡਿੰਗ ਆਪਣੇ ਸੁਝਾਅ ਦੇ ਸਕਦੇ ਨੇ। ਕਿਸੇ ਕਹਿ ਲਓ ਵੀ ਕਿ ਕਿਸੇ ਡਿਪਾਰਟਮੈਂਟ ਦੀ ਵਰਕਿੰਗ ਤੋਂ ਲੋਕ ਖੁਸ਼ ਨਹੀਂ ਹੈ, ਉਹਨਾਂ ਨੂੰ ਕਿਸੇ ਤਰ੍ਹਾਂ ਕੁਝ ਡਾਊਟ ਲੱਗ ਰਿਹਾ ਉਹਨਾਂ ਦੀ ਵਰਕਿੰਗ ਤੇ, ਤਾਂ ਉਹਨਾਂ ਦੇ ਜੋ ਡਾਕੂਮੈਂਟਸ ਨੇ, ਕੰਸਰਨ ਡਾਕੂਮੈਂਟਸ ਨੇ, ਉਹਨਾਂ ਦੀ ਡਿਮਾਂਡ ਕਰਕੇ ਉਹਨਾਂ ਬਾਰੇ ਵੀ ਉਹ ਕਹਿ ਲਓ ਵੀ ਗੱਲ ਕਰ ਸਕਦੇ ਨੇ ਵੀ ਇੱਥੇ ਗਲਤ ਨੇ, ਇੱਥੇ ਠੀਕ ਨੇ, ਹੈ ਨਾ। ਸੋ ਉਹਨਾਂ ਚੀਜ਼ਾਂ ਦੇ ਨਾਲ ਇਹ ਬਾਈ ਦਿਸ ਮੀਨਸ ਇਹ ਜੋ ਸਾਡਾ RTI ਹੈ ਡੈਮੋਕ੍ਰੇਸੀ ਨੂੰ ਮੋਰ ਪਾਰਟਿਸਿਪੇਟਰੀ ਬਣਾਉਂਦਾ। ਠੀਕ ਹੈ ਜੀ, ਦੈਨ ਅਸੀਂ ਗੱਲ ਕਰਦੇ ਹਾਂ ਇਨਫੋਰਮੇਸ਼ਨ ਕਮਿਸ਼ਨ, ਜੋ ਸਾਡਾ RTI ਐਕਟ ਆ ਉਹ ਪ੍ਰੋਵਾਈਡ ਕਰਦਾ ਫॉर ਕਨਸਟੀਟਿਊਸ਼ਨ ਔਰ ਫॉर ਐਸਟੈਬਲਿਸ਼ਮੈਂਟ ਆਫ ਇਨਫੋਰਮੇਸ਼ਨ ਕਮਿਸ਼ਨਸ। One is at central level, that is Central Information Commission, and then for every state information commissions, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ। Central Information Commission was established by central government in 2005 under the provisions of Right to Information Act 2005. Therefore CIC जो Central Information Commission है एक statutory body है जी, ध्यान रखियो, because ਇਹ ਇੱਕ पार्लियामेंट ਦੇ statute ਜਾਂ ਪਾਰਲੀਮੈਂਟ ਦੇ ਕਾਨੂੰਨ ਦੇ ਅੰਡਰ ਕਨਸਟੀਟਿਊਟ ਕੀਤੀ ਗਈ ਹੈ। ਜਦੋਂ ਅਸੀਂ ਪੋਲਿਟੀ ਪੜਾਂਗੇ ਉਹਦੇ 'ਚ ਨਾ ਬੋਡੀਜ਼ ਆਉਂਦੀਆਂ ਨੇ, ਕੁਝ ਹੁੰਦੀਆਂ ਨੇ ਕਨਸਟੀਟਿਊਸ਼ਨਲ ਬੋਡੀਜ਼, ਦੈਨ ਵੀ ਹੈਵ ਨਾਨ ਕਨਸਟੀਟਿਊਸ਼ਨਲ ਬੋਡੀਜ਼। ਕਨਸਟੀਟਿਊਸ਼ਨਲ ਬੋਡੀਜ਼ ਉਹ ਹੁੰਦੀਆਂ ਨੇ ਜਿਨ੍ਹਾਂ ਦੇ ਲਈ ਸਾਡੇ ਕਨਸਟੀਟਿਊਸ਼ਨ, ਸਾਡੇ ਸੰਵਿਧਾਨ ਦੇ ਵਿੱਚ ਕੋਈ ਪਾਰਟਿਕੂਲਰ ਆਰਟੀਕਲ ਹੈ। ਜਿਵੇਂ ਅਸੀਂ ਗੱਲ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਦੀ, ਠੀਕ ਹੈ ਜੀ, ਇਲੈਕਸ਼ਨ ਕਮਿਸ਼ਨ ਇੱਕ ਕਨਸਟੀਟਿਊਸ਼ਨਲ ਬੋਡੀ ਹੈ ਬਿਕੋਜ਼ ਆਰਟੀਕਲ 324, ਠੀਕ ਹੈ ਜੀ, ਇਹ ਗੱਲ ਕਰਦਾ ਇਲੈਕਸ਼ਨ ਕਮਿਸ਼ਨ ਦੀ। ਦੈਨ ਅਸੀਂ ਗੱਲ ਕਰ ਲਈਏ ਅਟਾਰਨੀ ਜਨਰਲ, ਜਾਂ ਅਸੀਂ ਗੱਲ ਕਰ ਲਈਏ ਕੰਪਟਰੋਲਰ ਐਂਡ ਆਡਿਟ ਜਨਰਲ ਆਫ ਇੰਡੀਆ ਕੈਗ, ਜਾਂ ਅਸੀਂ ਗੱਲ ਕਰ ਲਈਏ UPSC ਦੀ। ਇਹ ਸਾਰੀਆਂ ਕਨਸਟੀਟਿਊਸ਼ਨਲ ਬੋਡੀਜ਼ ਨੇ, ਸੰਵਿਧਾਨਿਕ ਬੋਡੀਆਂ ਨੇ, ਬਿਕੋਜ਼ ਇਹਨਾਂ ਦੇ ਲਈ ਕਨਸਟੀਟਿਊਸ਼ਨ ਦੇ ਵਿੱਚ ਸਪੈਸੀਫਿਕ ਆਰਟੀਕਲਸ ਮੈਂਸ਼ਨ ਨੇ, ਜਿਨ੍ਹਾਂ ਆਰਟੀਕਲਸ ਦੇ ਅੰਡਰ ਇਹਨਾਂ ਨੂੰ ਬਣਾਇਆ ਗਿਆ। ਫਿਰ ਅਸੀਂ ਗੱਲ ਕਰਦੇ ਹਾਂ ਨਾਨ ਕਨਸਟੀਟਿਊਸ਼ਨਲ ਬੋਡੀਜ਼ ਦੀ। ਨਾਨ ਕਨਸਟੀਟਿਊਸ਼ਨਲ ਬੋਡੀਜ਼ ਦੇ ਵਿੱਚ ਆਪਣੇ ਕੋਲੇ ਸਟੈਚੂਟਰੀ ਬੋਡੀਜ਼ ਆ ਜਾਂਦੀਆਂ ਨੇ, ਸਟੈਚੂਟਰੀ, ਦੈਨ ਨਾਨ ਸਟੈਚੂਟਰੀ, ਠੀਕ ਹੈ ਜੀ। मतलब statutory and non-statutory both are non-constitutional bodies। statutory bodies ਉਹ ਨੇ ਜਿਨ੍ਹਾਂ ਦੇ establishment ਦੇ ਲਈ ਜਾਂ ਜਿਨ੍ਹਾਂ ਦੀ working ਦੇ ਲਈ ਸਾਡੇ ਪਾਰਲੀਮੈਂਟ ਨੇ ਕੋਈ ਨਾ ਕੋਈ ਸਪੈਸ਼ਲ ਕਾਨੂੰਨ ਪਾਸ ਕੀਤਾ, ਠੀਕ ਹੈ ਜੀ, ਉਹਨਾਂ ਨੂੰ ਅਸੀਂ ਕਹਿੰਦੇ ਨੇ statutory bodies। ਜਿੱਦਾਂ ਸਾਡਾ ਹੋ ਗਿਆ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ,
जो RTI एक्ट 2005 ਦੇ ਅੰਡਰ ਕਨਸਟੀਟਿਊਟ ਕੀਤਾ ਗਿਆ, ਠੀਕ ਹੈ ਜੀ। ਦੈਨ ਅਸੀਂ ਕਹਿੰਦੇ ਨੇ NGT ਨੈਸ਼ਨਲ ਗ੍ਰੀਨ ਟ੍ਰਾਈਬਿਊਨਲ, ਜਾਂ ਅਸੀਂ ਕਹਦੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ NHRC। ਇਹ ਸਾਰੇ ਸਾਡੇ ਸਟੈਚੂਟਰੀ ਬੋਡੀਜ਼ ਨੇ। ਫਿਰ ਸਾਡੇ ਕੋਲ ਕੁਝ ਹੁੰਦੀਆਂ ਨਾਨ ਸਟੈਚੂਟਰੀ ਬੋਡੀਜ਼, ਮਤਲਬ ਬੋਡੀਜ਼ ਐਗਜ਼ਿਸਟ ਕਰਦੀਆਂ ਨੇ ਬਟ ਉਹਨਾਂ ਦੇ ਲਈ ਕੋਈ ਨਾ ਤਾਂ ਕੋਈ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ ਆ ਤੇ ਨਾ ਹੀ ਪਾਰਲੀਮੈਂਟ ਨੇ ਉਹਨਾਂ ਦੇ ਲਈ ਕੋਈ ਪਰਟੀਕੂਲਰ ਲਾਅ ਪਾਸ ਕੀਤਾ। ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਨਾਨ ਕਨਸਟੀਟਿਊਸ਼ਨਲ ਨਾਨ ਸਟੈਚੂਟਰੀ ਬੋਡੀਜ਼। ਜਿੱਦਾਂ ਅਸੀਂ ਗੱਲ ਕਰ ਲਈਏ ਨੀਤੀ ਆਯੋਗ ਦੀ, ਬਹੁਤ ਵੱਡੀ ਬਹੁਤ ਕਾਮਨ ਐਗਜ਼ਾਮਪਲ ਆ ਨੀਤੀ ਆਯੋਗ। ਨੀਤੀ ਆਯੋਗ ਦੇ ਲਈ ਕੋਈ ਕਨਸਟੀਟਿਊਸ਼ਨਲ ਆਰਟੀਕਲ ਨਹੀਂ ਹੈ, ਕੋਈ ਪਾਰਲੀਮੈਂਟਰੀ ਐਕਟ ਨਹੀਂ ਹੈ, ਇਹ ਬੋਡੀ ਐਗਜ਼ਿਸਟ ਕਰਦੀ ਆ। ਸੋ ਇਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਇਹ ਸਿਰਫ ਸਾਡੇ ਐਗਜ਼ੀਕਿਊਟਿਵ ਜਾਂ ਸਾਡੀ ਜੋ ਗਵਰਨਮੈਂਟ ਆ ਉਹਨਾਂ ਨੇ ਕੁਝ ਰੂਲਸ ਜਾਂ ਉਹਨਾਂ ਨੇ ਕਹਿ ਲਓ ਅਨਾਊਂਸਮੈਂਟਸ ਕੀਤੀਆਂ ਜਿਨ੍ਹਾਂ ਦੇ ਅੰਡਰ ਇਹ ਬੋਡੀ ਬਣੀ ਆ, ਠੀਕ ਹੈ ਜੀ। ਸੋ ਇਹ ਹੋ ਗਿਆ ਕਨਸਟੀਟਿਊਸ਼ਨਲ, ਸਟੈਚੂਟਰੀ ਤੇ ਨਾਨ ਸਟੈਚੂਟਰੀ ਬੋਡੀਜ਼। ਇਹਨਾਂ ਜੋ ਕਨਸਟੀਟਿਊਸ਼ਨਲ ਬੋਡੀਜ਼ ਨੇ ਉਹ ਕਹਿ ਲਓ ਵੀ ਕੰਪਲੀਟਲੀ ਇੰਡੀਪੈਂਡੈਂਟ ਹੁੰਦੀਆਂ ਨੇ ਫਰੋਮ ਦਾ ਇੰਟਰਫੇਰੈਂਸ ਆਫ ਐਗਜ਼ੀਕਿਊਟਿਵ। ਤੇ ਜਿਹੜੀਆਂ ਸਾਡੀਆਂ ਸਟੈਚੂਟਰੀ ਬੋਡੀਜ਼ ਨੇ ਜਾਂ ਨਾਨ ਸਟੈਚੂਟਰੀ ਬੋਡੀਜ਼ ਨੇ ਇਹਨਾਂ ਦੀ ਜਿਹੜੀ ਇੰਡੀਪੈਂਡੈਂਸ ਆਫ ਐਗਜ਼ਿਸਟੈਂਸ ਉਹ ਘੱਟ ਹੁੰਦੀ ਆ ਐਜ਼ ਕੰਪੇਅਰ ਟੂ ਕਨਸਟੀਟਿਊਸ਼ਨਲ ਬੋਡੀਜ਼। ਇਹ ਇਹਨਾਂ ਦੇ ਵਿੱਚ ਡਿਫਰੈਂਸ ਆ। ਤੇ ਫਿਰ ਆਪਾਂ ਕੰਪੋਜੀਸ਼ਨ ਦੀ ਗੱਲ ਕਰੀਏ ਸਾਡੇ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੀ। ਇਹਦੇ ਵਿੱਚ ਇੱਕ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੁੰਦਾ ਜੀ, ਪਲੱਸ ਨਾਟ ਮੋਰ ਦੈਨ 10 ਅਦਰ ਇਨਫੋਰਮੇਸ਼ਨ ਕਮਿਸ਼ਨਰਸ। ਮਤਲਬ ਅਸੀਂ ਕਹਿ ਸਕਦੇ ਹਾਂ ਵੀ ਇਹ ਟੋਟਲ ਜਿੰਨੀਆਂ ਪ੍ਰਿਸਕ੍ਰਾਈਬਡ ਇਹਦੀ ਜਾਂ ਸਾਡੇ ਪਾਰਲੀਮੈਂਟਲੀ ਜੋ ਰਾਈਟ ਟੂ ਇਨਫੋਰਮੇਸ਼ਨ ਐਕਟ ਆ ਉਹਦੇ ਅੰਡਰ ਜੋ ਇਹਦੀ ਮੈਕਸਿਮਮ ਸਟਰੈਂਥ ਪ੍ਰੋਵਾਈਡ ਕੀਤੀ ਗਈ ਆ ਉਹ ਹੈ 11 ਮੈਂਬਰਾਂ ਦੀ, ਜਿਹਦੇ ਚੋਂ ਇੱਕ ਹੋਊਗਾ ਚੀਫ ਇਨਫੋਰਮੇਸ਼ਨ ਕਮਿਸ਼ਨਰ ਤੇ ਬਾਕੀ 10 ਹੋ ਸਕਦੇ ਨੇ ਇਨਫੋਰਮੇਸ਼ਨ ਕਮਿਸ਼ਨਰਸ। ਵੈਰੀ ਇੰਪੋਰਟੈਂਟ। ਫਿਰ ਆਪਾਂ ਗੱਲ ਕਰਦੇ ਇਹਨਾਂ ਦੀ ਅਪਾਇੰਟਮੈਂਟ ਦੀ, ਵੀ ਇਹਨਾਂ ਨੂੰ ਨਿਯੁਕਤ ਕਿਵੇਂ ਕੀਤਾ ਜਾਂਦਾ ਜੀ। ਦੇ ਆਰ ਅਪਾਇੰਟਡ ਬਾਏ ਦ ਪ੍ਰੈਜ਼ੀਡੈਂਟ ਔਨ ਦ ਰਿਕਮੈਂਡੇਸ਼ਨਸ ਆਫ ਅ ਕਮੇਟੀ। ਇਹਨਾਂ ਦੀ ਅਪਾਇੰਟਮੈਂਟ ਦੇ ਲਈ ਇੱਕ ਪਰਟੀਕੂਲਰ ਕਮੇਟੀ ਆ, ਜਿਹੜੀ ਕਮੇਟੀ ਪ੍ਰੈਜ਼ੀਡੈਂਟ ਨੂੰ ਰਿਕਮੈਂਡੇਸ਼ਨਸ ਦਿੰਦੀ ਹੈ ਤੇ ਉਹਨਾਂ ਰਿਕਮੈਂਡੇਸ਼ਨ ਦੇ ਬੇਸਿਸ ਤੇ ਇਸ ਬੋਡੀ ਨੂੰ ਕਨਸਟੀਟਿਊਟ ਕੀਤਾ ਜਾਂਦਾ। ਕਿਸੇ ਬੱਚੇ ਨੇ ਕੁਐਸਚਨ ਨਹੀਂ ਆਨਸਰ ਕੀਤਾ ਜੀ, ਕੁਐਸਚਨ ਆਨਸਰ ਕਰੋ। ਜਿਹੜਾ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਸੀ ਕਿ ਹੂ ਅਮੰਗ ਦ ਫੋਲੋਇੰਗ ਕੈਨ ਫਾਈਲ RTI ਇਨ ਇੰਡੀਆ, ਇਹਦਾ ਆਨਸਰ ਕਰੋ ਆਪਣੇ ਕਮੈਂਟਸ ਦੇ ਵਿੱਚ, ਫਿਰ ਆਪਾਂ ਡਿਸਕਸ ਕਰਾਂਗੇ। ਪਹਿਲੀ ਆਪਸ਼ਨ ਸੀ ਓਨਲੀ ਇੰਡੀਅਨ ਸਿਟੀਜ਼ਨਸ ਕੈਨ ਫਾਈਲ RTI application in India. Second, only Indian nationals can file. Third, any individual including foreigners residing in India can file RTI application. Fourth option, none of the above. So ਇਹਦਾ ਆਨਸਰ ਕਰੋ। ਤੇ ਉਹ ਬੋਡੀ ਕਿਹੜੀ ਆ ਜਿਹਦੀ ਬੋਡੀ ਦੀ ਰਿਕਮੈਂਡੇਸ਼ਨਸ ਦੇ ਉੱਪਰ ਬੇਸਿਸ ਤੇ ਜੋ ਅਪਾਇੰਟਮੈਂਟਸ ਨੇ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੀਆਂ ਕੀਤੀਆਂ ਜਾਂਦੀਆਂ ਨੇ, ਉਹਦੇ 'ਚ ਪ੍ਰਾਈਮ ਮਿਨਿਸਟਰ ਐਕਟ ਕਰਦਾ ਐਜ਼ ਚੇਅਰਪਰਸਨ ਆਫ ਦੈਟ ਬੋਡੀ, ਦੈਨ ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ ਐਂਡ 1 ਯੂਨੀਅਨ ਮਿਨਿਸਟਰ, ਠੀਕ ਹੈ ਜੀ। ਇਹ 3 ਮੈਂਬਰ ਹੁੰਦੇ ਨੇ ਉਸ ਕਮੇਟੀ ਦੇ ਜਿਨ੍ਹਾਂ ਦੀਆਂ ਰਿਕਮੈਂਡੇਸ਼ਨ ਦੇ ਬੇਸਿਸ ਤੇ ਪ੍ਰੈਜ਼ੀਡੈਂਟ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੀਆਂ ਜੋ ਅਪਾਇੰਟਮੈਂਟਸ ਨੇ ਉਹਨਾਂ ਨੂੰ ਕਰਦਾ, ਠੀਕ ਹੈ ਜੀ। ਫਿਰ ਅਸੀਂ ਗੱਲ ਕਰਦੇ ਇਹਨਾਂ ਦੇ ਟੈਨਿਓਰ ਦੀ, ਵੀ ਕਿੰਨਾ ਟਾਈਮ ਇਹਨਾਂ ਨੇ ਆਫਿਸ ਹੋਲਡ ਕਰਨਾ। ਐਟ ਪ੍ਰੈਜ਼ੈਂਟ ਜੇ ਆਪਾਂ ਕਰੰਟ ਦੀ ਗੱਲ ਕਰੀਏ ਤਾਂ ਇਹਨਾਂ ਦਾ ਜੋ ਟੈਨਿਓਰ ਆ ਉਹ ਫਿਕਸ ਨਹੀਂ ਹੈ, ਉਹ ਗਵਰਨਮੈਂਟ ਸੈਂਟਰਲ ਗਵਰਨਮੈਂਟ ਤੇ ਡਿਪੈਂਡ ਕਰਦਾ। ਜਿੰਨਾ ਟਾਈਮ ਸੈਂਟਰਲ ਗਵਰਨਮੈਂਟ ਚਾਹੁੰਦੀ ਆ ਉਨਾ ਟਾਈਮ ਹੀ ਪਰਟੀਕੂਲਰ ਬੰਦਾ, ਕੋਈ ਚਾਹੇ ਸੈਂਟਰਲ ਇਨਫੋਰਮੇਸ਼ਨ, ਚਾਹੇ ਉਹ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੈ, ਚਾਹੇ ਉਹ ਕਹਿ ਲਓ ਵੀ ਅਦਰ ਇਨਫੋਰਮੇਸ਼ਨ ਕਮਿਸ਼ਨਰਸ ਨੇ, ਉਹਨਾਂ ਦਾ ਟੈਨਿਓਰ, ਉਹਨਾਂ ਨੇ ਕਿੰਨਾ ਟਾਈਮ ਆਫਿਸ ਦੇ ਵਿੱਚ ਰਹਿਣਾ, ਕਿੰਨਾ ਟਾਈਮ ਆਪਣਾ ਆਫਿਸ ਹੋਲਡ ਕਰਨਾ, ਉਹਦੀ ਜੋ ਟਾਈਮ ਆ ਉਹ ਫਿਕਸ ਨਹੀਂ ਹੈ, ਉਹ ਡਿਪੈਂਡ ਕਰਦਾ ਸੈਂਟਰਲ ਗਵਰਨਮੈਂਟ ਤੇ। ਸੈਂਟਰਲ ਗਵਰਨਮੈਂਟ ਚਾਹੇ ਉਹ 1 ਸਾਲ ਹੋ ਸਕਦਾ, ਸੈਂਟਰਲ ਗਵਰਨਮੈਂਟ ਚਾਹੇ ਉਹ 4 ਸਾਲ ਵੀ ਹੋ ਸਕਦੇ ਆ, ਤੇ ਸੈਂਟਰਲ ਗਵਰਨਮੈਂਟ ਚਾਹੇ ਤਾਂ ਉਹ 6 ਮਹੀਨੇ ਵੀ ਹੋ ਸਕਦੇ ਆ, ਠੀਕ ਹੈ ਜੀ। ਪਲੱਸ ਇਹਦੇ ਨਾਲ ਇੱਕ ਚੀਜ਼ ਹੋਰ ਆ ਕਿ ਅੰਟਿਲ ਦਾ ਏਜ ਆਫ 65, ਮਤਲਬ ਮੈਕਸੀਮਮ ਜਿਹੜੀ ਏਜ ਉਹਨਾਂ ਲਈ ਪ੍ਰੋਵਾਈਡਡ ਆ 65 ਸਾਲ ਤੱਕ ਆ। 65 ਸਾਲ ਤੋਂ ਬਿਯੋਂਡ ਕੋਈ ਵੀ ਕਮਿਸ਼ਨਰ ਇਸ ਆਫਿਸ ਨੂੰ ਹੋਲਡ ਨਹੀਂ ਕਰ ਸਕਦਾ, ਬਸ ਇਹ ਧਿਆਨ ਰੱਖ ਲਿਓ। ਇਹਨਾਂ ਚੋਂ ਜਿਹੜੀ ਪਹਿਲਾਂ ਹੋਊ, ਜਾਂ ਜਿਵੇਂ ਕਹ ਲਓ ਸੈਂਟਰਲ ਗਵਰਨਮੈਂਟ ਨੇ ਕਹਿੰਦਾ ਵੀ ਜਿਹੜਾ ਉਹਨਾਂ ਨੇ ਅਪਾਇੰਟਮੈਂਟ ਕੀਤੀ ਆ ਉਹਨਾਂ ਨੇ 6 ਮਹੀਨੇ ਉਹਨਾਂ ਨੇ 6 ਮਹੀਨਿਆਂ ਦੀ ਟਰਮ ਦਿੱਤੀ ਕਿਸੇ ਬੰਦੇ ਨੂੰ, ਬਟ ਉਹ 6 ਮਹੀਨੇ ਕੰਪਲੀਟ ਹੋਣ ਤੋਂ ਪਹਿਲਾਂ ਉਹਦੀ ਏਜ 65 ਸਾਲ ਹੋ ਗਈ। ਸੋ ਉਹਦੇ 6 ਮਹੀਨੇ ਕੰਪਲੀਟ ਨਹੀਂ ਹੋਣਗੇ। ਮੰਨ ਲਓ 4 ਮਹੀਨੇ ਉਹਨੇ ਡਿਊਟੀ ਆਪਣੀ ਆਫਿਸ ਹੋਲਡ ਕੀਤਾ ਤੇ 4 ਮਹੀਨਿਆਂ ਬਾਅਦ ਉਹਦੀ ਏਜ ਹੋ ਗਈ 65 ਸਾਲ, ਤਾਂ ਉਹ 65 ਸਾਲ ਦੀ ਉਮਰ ਤੱਕ ਹੀ ਆਫਿਸ ਨੂੰ ਹੋਲਡ ਕਰੂਗਾ, ਜਾਂ ਕਹਿ ਲਓ ਸਿਰਫ 4 ਮਹੀਨਿਆਂ ਲਈ, ਬਿਕੋਜ਼ ਉਸ ਟਾਈਮ ਤੱਕ ਪਹੁੰਚਦੇ ਹੋਏ ਉਹਦੀ ਏਜ ਆ ਜੋ ਕਾਨੂੰਨ ਦੇ ਅਕੋਰਡਿੰਗ ਆ ਉਹ 65 ਸਾਲ ਕੰਪਲੀਟ ਹੋ ਗਈ, ਤੇ 65 ਸਾਲ ਤੋਂ ਬਿਯੋਂਡ ਕੋਈ ਵੀ ਆਫਿਸਰ ਇੱਕ ਆਫਿਸ ਨੂੰ ਹੋਲਡ ਨਹੀਂ ਕਰ ਸਕਦਾ। ਵੈਰੀ ਇੰਪੋਰਟੈਂਟ।
दे आर नॉट एलिजिबल फॉर रीअपॉइंटमेंट, वेरी इंपॉर्टेंट। ਜਿਹੜੇ ਵੀ ਆਫੀਸਰਸ ਨੇ, ਜਿਹੜੇ ਵੀ ਕਮਿਸ਼ਨਰਸ ਨੇ, ਚਾਹੇ ਉਹ ਚੀਫ ਇਨਫੋਰਮੇਸ਼ਨ ਕਮਿਸ਼ਨਰ ਆ, ਚਾਹੇ ਸਾਡੇ ਉਹ ਇਨਫੋਰਮੇਸ਼ਨ ਕਮਿਸ਼ਨਰਸ ਨੇ, ਉਹਨਾਂ ਦੀ ਰੀਅਪॉइंटमेंट ਸੇਮ ਆਫਿਸ ਦੇ ਵਿੱਚ ਨਹੀਂ ਹੋ ਸਕਦੀ। ਇਹ ਧਿਆਨ ਰੱਖਿਓ। ਜਿਹੜਾ ਇਨਫੋਰਮੇਸ਼ਨ ਕਮਿਸ਼ਨਰ ਆ ਉਹਨੂੰ ਦੁਬਾਰਾ ਅਸੀਂ ਚੀਫ ਇਨਫੋਰਮੇਸ਼ਨ ਕਮਿਸ਼ਨਰ ਤਾਂ ਨਿਯੁਕਤ ਕਰ ਸਕਦੇ ਹਾਂ, ਬਟ ਇੱਕ ਇਨਫੋਰਮੇਸ਼ਨ ਕਮਿਸ਼ਨਰ ਨੂੰ ਜਿਹੜਾ ਆਪਣੀ ਟਰਮ ਕੰਪਲੀਟ ਕਰ ਚੁੱਕਿਆ, ਉਹਨੂੰ ਟੈਨਿਓਰ ਕੰਪਲੀਟ ਕਰ ਚੁੱਕਿਆ, ਉਹਨੂੰ ਦੁਬਾਰਾ ਇਨਫੋਰਮੇਸ਼ਨ ਕਮਿਸ਼ਨਰ ਨਹੀਂ ਅਪਾਇੰਟ ਕੀਤਾ ਜਾ ਸਕਦਾ। ਫਿਰ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਫੰਕਸ਼ਨਸ ਦੀ। ਸਾਡੇ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ ਕੀ ਫੰਕਸ਼ਨਸ ਨੇ? ਜਿਵੇਂ ਤੁਹਾਨੂੰ ਦੱਸਿਆ ਕਿ ਆਰਟੀਆਈ ਐਕਟ ਦੇ ਅੰਡਰ ਬਣਾਇਆ ਗਿਆ ਆਈਪੀਐਸ ਹੀ ਬਣेंगे। ਠੀਕ ਹੈ ਜੀ, ਬਣੋ ਆਈਪੀਐਸ ਬਣੋ ਜੀ, ਕੋਈ ਚੱਕਰ ਨਹੀਂ ਹੈ। ਪੰਜਾਬੀ ਮੀਡੀਅਮ 'ਚ ਕਰ ਸਕਦੇ ਹੋ ਜੀ, ਬਿਲਕੁਲ ਕਰ ਸਕਦੇ ਹੋ। ਜੋ ਤੁਹਾਡਾ ਪੇਪਰ ਆ ਉਹ ਜਦੋਂ ਜਿਹੜਾ ਤਾਂ ਸਾਡਾ ਪ੍ਰੀਲਿਮਸ ਹੋਣਾ ਉਹ ਤਾਂ ਇੰਗਲਿਸ਼ ਤੇ ਹਿੰਦੀ ਦੇ ਵਿੱਚ ਹੀ ਹੋਊਗਾ। ਠੀਕ ਹੈ ਜੀ, ਬਟ ਜਿਹੜਾ ਮੇਨਸ ਵਾਲਾ ਪੇਪਰ ਆ ਉਹ ਤੁਸੀਂ ਪੰਜਾਬੀ ਦੇ ਵਿੱਚ ਵੀ ਦੇ ਸਕਦੇ ਹੋ। ਉਹਦੇ ਲਈ ਤੁਹਾਡੇ ਤੋਂ ਜਦੋਂ ਆਪਾਂ ਐਪਲੀਕੇਸ਼ਨ ਫਾਈਲ ਕਰਦੇ ਆ ਉਦੋਂ ਤੁਹਾਡੀ ਪ੍ਰੈਫਰੈਂਸ ਮੰਗੀ ਜਾਂਦੀ ਹੈ, ਉੱਥੇ ਤੁਸੀਂ ਪੰਜਾਬੀ ਭਰ ਸਕਦੇ ਹੋ। ਦੈਟ ਮੀਨਸ ਤੁਸੀਂ ਜੋ UPSC ਦਾ ਮੇਨਸ ਦਾ ਪੇਪਰ ਆ ਉਹ ਸਾਰਾ ਪੰਜਾਬੀ ਦੇ ਵਿੱਚ ਲਿਖ ਸਕਦੇ ਹੋ, ਐਕਸੈਪਟ ਇੰਗਲਿਸ਼, ਕਿਉਂਕਿ ਇੰਗਲਿਸ਼ ਦਾ ਜੋ ਪੇਪਰ ਆ ਉਹ ਤੁਹਾਨੂੰ ਇੰਗਲਿਸ਼ 'ਚ ਹੀ ਦੇਣਾ ਪੈਣਾ। ਇੰਗਲਿਸ਼ ਲੈਂਗੁਏਜ ਦਾ ਪੇਪਰ ਹੁੰਦਾ, ਮੇਨਸ ਦਾ ਪਾਰਟ ਹੁੰਦਾ ਜੋ, ਉਹ ਇੰਗਲਿਸ਼ 'ਚ ਦੇਣਾ ਪਊ, ਬਾਕੀ ਪੰਜਾਬੀ 'ਚ ਦੇ ਸਕਦੇ ਹੋ। ਇੰਟਰਵਿਊ ਵੀ ਤੁਸੀਂ ਪੰਜਾਬੀ 'ਚ ਆਪਟ ਕਰ ਸਕਦੇ ਹੋ। ਦੈਨ ਅਸੀਂ ਗੱਲ ਕਰੀਏ ਫੰਕਸ਼ਨਸ ਐਂਡ ਪਾਵਰਸ ਆਫ CIC। ਜਿਵੇਂ ਤੁਹਾਨੂੰ ਦੱਸਿਆ ਕਿ ਆਰਟੀਆਈ ਐਕਟ ਦੇ ਅੰਡਰ ਬਣਿਆ ਸੀ, ਸੋ ਰਾਈਟ ਟੂ ਇਨਫੋਰਮੇਸ਼ਨ ਦੇ ਸੰਦਰਭ ਦੇ ਵਿੱਚ, ਉਸ ਕੰਸਰਨ ਦੇ ਵਿੱਚ ਕੋਈ ਵੀ ਇਸ਼ੂ ਹੈ ਉਹਨੂੰ ਐਡਰੈਸ ਕਰਨਾ, ਉਹਨੂੰ ਦੇਖਣਾ, ਉਹਨੂੰ ਇਨਕੁਆਇਰ ਕਰਨਾ ਰਿਸਪੌਂਸਿਬਿਲਿਟੀ ਹੈ, ਫੰਕਸ਼ਨ ਹੈ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦਾ। ਇਟਸ ਦ ਡਿਊਟੀ ਆਫ ਦ ਕਮਿਸ਼ਨ ਟੂ ਰਿਸੀਵ ਐਂਡ ਇਨਕੁਆਇਰ ਇਨਟੂ ਦ ਕੰਪਲੇਂਟ ਫਰੋਮ ਐਨੀ ਪਰਸਨ ਰਿਗਾਰਡਿੰਗ ਇਨਫੋਰਮੇਸ਼ਨ ਰਿਕੁਐਸਟਡ ਅੰਡਰ ਆਰਟੀਆਈ ਐਕਟ 2005। ਉਸ ਐਕਟ ਦੇ ਅੰਡਰ ਕਹਿ ਲਓ ਮੈਂ ਕੋਈ ਇਨਫੋਰਮੇਸ਼ਨ ਸੀ ਕੀਤੀ ਗਵਰਨਮੈਂਟ ਤੋਂ, ਕਿਸੇ ਪਰਟੀਕੂਲਰ ਡਿਪਾਰਟਮੈਂਟ ਤੋਂ, ਬਟ ਉਹਨਾਂ ਨੇ ਵਿਦਿਨ ਦਾ ਪ੍ਰਿਸਕ੍ਰਾਈਬਡ ਪੀਰੀਅਡ ਮੈਨੂੰ ਇਨਫੋਰਮੇਸ਼ਨ ਨਹੀਂ ਦਿੱਤੀ, ਤਾਂ ਮੈਂ ਸਾਡਾ ਜੋ ਸਟੇਟ ਇਨਫੋਰਮੇਸ਼ਨ ਕਮਿਸ਼ਨ ਆ ਉਹਦੇ ਕੋਲੇ ਜਾ ਸਕਦਾ, ਅਪੀਲ ਕਰ ਸਕਦਾ ਉੱਥੇ। ਜੇ ਉਹ ਵੀ ਰਿਸਪੌਂਡ ਨਹੀਂ ਕਰਦਾ ਤਾਂ ਮੈਂ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਕੋਲੇ ਵੀ ਜਾ ਸਕਦਾ। ਠੀਕ ਹੈ ਜੀ। ਦੈਨ ਦ ਕਮਿਸ਼ਨ ਕੈਨ ਆਰਡਰ ਐਨ ਇਨਕੁਆਇਰੀ into any matter if there are reasonable grounds। ਜੇ ਉਹਨੂੰ ਲੱਗੇ ਕਿ ਹਾਂ ਗਰਾਊਂਡਸ ਸਹੀ ਨੇ ਜਿਨ੍ਹਾਂ ਤੇ ਕਿਸੇ ਨੇ ਅਪੀਲ ਫਾਈਲ ਕੀਤੀ ਆ, ਤਾਂ ਉਸ ਪਰਟੀਕੂਲਰ ਮੈਟਰ ਦੇ ਵਿੱਚ ਕਮਿਸ਼ਨ ਇਨਕੁਆਇਰੀ ਵੀ ਕੰਡਕਟ ਕਰਵਾ ਸਕਦਾ। ਤੇ ਇਹ ਜੋ ਹੈ ਪਾਵਰ ਹੈ ਸੂ ਮੋਟੋ ਪਾਵਰ ਹੈ। ਦੈਟ ਮੀਨਸ ਆਪਣੇ ਆਪ ਜੇ ਬਿਨਾਂ ਕਿਸੇ ਦੇ ਉਹ ਕਮਿਸ਼ਨ ਨੂੰ ਅਪੀਲ ਕੀਤੇ ਬਿਨਾਂ ਵੀ ਜੇ ਕਮਿਸ਼ਨ ਦੇ ਧਿਆਨ ਵਿੱਚ ਕੋਈ ਇਦਾਂ ਦੀ ਨਿਊਜ਼ ਆਉਂਦੀ ਆ, ਕੋਈ ਇਦਾਂ ਦੀ ਗੱਲ ਆਉਂਦੀ ਆ, ਮਤਲਬ ਕਹਿ ਲਓ ਵੀ ਮੈਂ ਫਾਈਲ ਕੀਤੀ ਕੋਈ ਕੰਪਲੇਂਟ ਬਟ ਉਹਦਾ ਮੈਨੂੰ ਰਿਪਲਾਈ ਨਹੀਂ ਮਿਲਿਆ ਤੇ ਮੈਂ ਕਮਿਸ਼ਨ ਕੋਲ ਤਾਂ ਨਹੀਂ ਗਿਆ, ਬਟ ਮੇਰੀ ਜੋ ਗੱਲ ਸੀ, ਮੇਰਾ ਜੋ ਮੁੱਦਾ ਸੀ ਉਹ ਕਿਸੇ ਨਿਊਜ਼ਪੇਪਰ ਦੇ ਵਿੱਚ ਕਹਿ ਲਓ ਜਾਂ ਨਿਊਜ਼ ਚੈਨਲ ਤੇ ਉਹ ਮੁੱਦਾ ਪਹੁੰਚ ਗਿਆ ਜਿੱਥੋਂ ਇਨਫੋਰਮੇਸ਼ਨ ਕਮਿਸ਼ਨ ਕੋਲੇ ਗੱਲ ਪਹੁੰਚ ਗਈ, ਤੇ ਉਹ ਕਮਿਸ਼ਨ ਆਪਣੇ ਆਪ ਉਸ ਮੁੱਦੇ ਤੇ ਇਨਕੁਆਇਰੀ ਕੰਡਕਟ ਕਰਵਾ ਸਕਦਾ ਜੀ। ਠੀਕ ਹੈ। ਵਾਈਲ ਇਨਕੁਆਇਰਿੰਗ ਦ ਕਮਿਸ਼ਨ ਹੈਜ਼ ਪਾਵਰਸ ਆਫ ਅ ਸਿਵਲ ਕੋਰਟ। ਇਹਦੇ ਕੋਲੇ ਸਿਵਲ ਕੋਰਟ ਵਾਲੀਆਂ ਪਾਵਰਸ ਹੁੰਦੀਆਂ ਨੇ। ਇਨ ਰਿਸਪੈਕਟ ਆਫ ਸਮਨਿੰਗ ਐਨੀ ਪਰਸਨ, ਕਿਸੇ ਵੀ ਪਰਸਨ ਨੂੰ ਸਮਨ ਕਰ ਸਕਦਾ ਆਪਣੇ ਮੂਹਰੇ ਉਹ ਤੋਂ ਜਵਾਬ ਲੈਣ ਲਈ, ਪਲੱਸ ਕੋਈ ਜੇ ਡਾਕੂਮੈਂਟ ਚਾਹੀਦਾ ਉਹ ਵੀ ਉਹਦੀ ਮੰਗ ਵੀ ਕਰ ਸਕਦਾ ਕਮਿਸ਼ਨ। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਦੈਨ ਆਰਟੀਆਈ ਇੱਕ ਰਿਲੇਟਡ ਇਹਦੇ ਨਾਲ ਟੌਪਿਕ ਹੈ ਆਰਟੀਆਈ ਅਮੈਂਡਮੈਂਟ ਐਕਟ 2019। ਪਹਿਲਾਂ ਤਾਂ ਅਸੀਂ ਪੜ੍ਹਿਆ ਕਿ ਆਰਟੀਆਈ ਜੋ ਐਕਟ ਹੈ 2005 ਦੇ ਵਿੱਚ ਬਣਿਆ ਸੀ, ਰਾਈਟ ਟੂ ਇਨਫੋਰਮੇਸ਼ਨ ਐਕਟ, ਬਟ ਫਿਰ 2019 ਦੇ ਵਿੱਚ ਉਸ ਐਕਟ ਨੂੰ ਅਮੈਂਡ ਕਰ ਦਿੱਤਾ ਗਿਆ। ਠੀਕ ਹੈ ਜੀ, ਉਸ ਐਕਟ ਨੂੰ ਅਮੈਂਡ ਕਰ ਦਿੱਤਾ ਗਿਆ। ਉਹਦੇ ਅੰਡਰ ਕੁਝ ਨਵੀਆਂ ਪ੍ਰੋਵੀਜ਼ਨਸ ਲੈਂਦੀਆਂ ਗਈਆਂ ਜਿਹਦੇ ਕਰਕੇ ਸੈਂਟਰਲ ਗਵਰਨਮੈਂਟ ਨੂੰ ਕਾਫੀ ਕ੍ਰਿਟੀਸਾਈਜ਼ ਵੀ ਕੀਤਾ ਗਿਆ ਉਸ ਟਾਈਮ ਤੇ। ਠੀਕ ਹੈ, ਉਹ ਚੇਂਜਸ ਕੀ ਸੀ, ਉਹ ਅਮੈਂਡਮੈਂਟਸ ਕਿਹੜੀਆਂ ਸੀ ਜਿਹੜੀਆਂ 2019 ਐਕਟ ਦੇ ਅੰਡਰ ਆਈਆਂ ਜੀ? ਮੇਜਰ ਇਹ ਦੋ ਮੇਜਰ ਮੇਨ ਚੇਂਜਸ ਸੀ। ਫਸਟ ਵਾਜ਼ ਵਿਦ ਰਿਸਪੈਕਟ ਟੂ ਦਾ ਟੈਨਿਓਰ। ਜਿਵੇਂ ਤੁਹਾਨੂੰ ਦੱਸਿਆ ਕਿ ਹੁਣ ਉਹਨਾਂ ਦਾ ਜੋ ਟੈਨਿਓਰ ਹੈ ਆਫੀਸਰਸ ਦਾ, ਕਮਿਸ਼ਨਰਸ ਦਾ, ਉਹ ਫਿਕਸ ਨਹੀਂ ਹੈ, ਉਹ ਸੈਂਟਰਲ ਗਵਰਨਮੈਂਟ ਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਕਿੰਨੇ ਟਾਈਮ ਲਈ ਅਪਾਇੰਟ ਕਰਨਾ ਉਹਨਾਂ ਨੂੰ। ਬਟ ਬਿਫੋਰ ਦਿਸ ਅਮੈਂਡਮੈਂਟ their tenure was either 5 years or till the age of 65 whichever is earlier। ਇਹ ਤੋਂ ਪਹਿਲਾਂ ਅਮੈਂਡਮੈਂਟ ਤੋਂ ਪਹਿਲਾਂ ਉਹ ਜਾਂ 5 ਸਾਲ ਜਾਂ 65 ਸਾਲ ਦੀ ਉਮਰ ਤੱਕ ਉਸ ਆਫਿਸ ਨੂੰ ਹੋਲਡ ਕਰ ਸਕਦੇ ਸੀ, ਬਟ ਹੁਣ ਉਹ ਉਸ ਚੀਜ਼ ਨੂੰ ਖਤਮ ਕਰਕੇ ਹੁਣ ਸੈਂਟਰਲ ਗਵਰਨਮੈਂਟ ਦੀ ਮਰਜ਼ੀ ਦੇ ਅਨੁਸਾਰ ਉਹ ਆਫਿਸ ਹੋਲਡ ਕਰਨਗੇ। ਸੈਕੰਡ, ਵਿਦ ਰਿਸਪੈਕਟ ਟੂ ਸੈਲਰੀ, ਅਲਾਉੈਂਸਸ ਐਂਡ ਅਦਰ ਸਰਵਿਸ ਕੰਡੀਸ਼ਨਸ, ਜੋ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਤੇ ਸਟੇਟ ਇਨਫੋਰਮੇਸ਼ਨ ਕਮਿਸ਼ਨ ਦੀਆਂ ਨੇ ਉਹਨਾਂ ਦੇ ਰਿਗਾਰਡਿੰਗ ਇੱਕ ਚੇਂਜ ਕੀਤੀ ਹੈ। ਪਹਿਲਾਂ ਜੋ ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ ਹੁੰਦਾ ਸੀ, ਸੈਂਟਰਲ ਇਨਫੋਰਮੇਸ਼ਨ ਕਮਿਸ਼ਨਰ, ਉਹਦੀਆਂ ਜੋ ਸੈਲਰੀਜ਼ ਤੇ ਅਲਾਉੈਂਸਸ ਸੀ ਉਹ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਦੇ ਬਰਾਬਰ ਦੀਆਂ ਹੁੰਦੀਆਂ ਸੀ।
ਤੇ ਜਿਹੜੇ ਦੂਸਰੇ ਇਨਫੋਰਮੇਸ਼ਨ ਕਮਿਸ਼ਨਰ ਨੇ ਉਹਨਾਂ ਦੀਆਂ ਹੁੰਦੀਆਂ ਸੀ ਚੀਫ ਇਨਫੋਰਮੇਸ਼ਨ ਕਮਿਸ਼ਨਰ ਦੀਆਂ ਜੋ ਸੈਲਰੀ ਅਲਾਉੈਂਸਸ ਤੇ ਹੋਰ ਕੰਡੀਸ਼ਨਸ ਨੇ ਉਹ ਹੁੰਦੀਆਂ ਸੀ ਐਜ਼ ਦੋਜ਼ ਆਫ ਚੀਫ ਇਨਫੋਰਮੇਸ਼ਨ ਚੀਫ ਇਲੈਕਸ਼ਨ ਕਮਿਸ਼ਨਰ, ਠੀਕ ਹੈ ਜੀ। ਤੇ ਜਿਹੜੇ ਦੂਸਰੇ ਇਨਫੋਰਮੇਸ਼ਨ ਕਮਿਸ਼ਨਰ ਹੁੰਦੇ ਸੀ ਉਹਨਾਂ ਦੀਆਂ ਹੁੰਦੀਆਂ ਸੀ ਜੋ ਸਾਡੇ ਦੂਸਰੇ ਇਲੈਕਸ਼ਨ ਕਮਿਸ਼ਨਰਸ ਹੁੰਦੇ ਨੇ, ਕਿਉਂਕਿ ਜੋ ਸਾਡਾ ਇਲੈਕਸ਼ਨ ਕਮਿਸ਼ਨ ਆ ਉਹ ਵੀ ਇੱਕ ਮਲਟੀ ਮੈਂਬਰਡ ਬੋਡੀ ਆ। ਉਹਦੇ 'ਚ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਪਲੱਸ 2 ਇਲੈਕਸ਼ਨ ਕਮਿਸ਼ਨਰ ਹੁੰਦੇ ਨੇ, ਠੀਕ ਹੈ ਜੀ। ਸੋ ਇਲੈਕਸ਼ਨ ਕਮਿਸ਼ਨਰ ਦੇ ਬਰਾਬਰ ਦੇ ਸੈਲਰੀ ਤੇ ਅਲਾਉੈਂਸ ਮਿਲਦੇ ਸੀ ਇਨਫੋਰਮੇਸ਼ਨ ਕਮਿਸ਼ਨਰ ਨੂੰ, ਤੇ ਚੀਫ ਇਲੈਕਸ਼ਨ ਕਮਿਸ਼ਨਰ ਦੇ ਬਰਾਬਰ ਦੇ ਸੈਲਰੀ ਤੇ ਅਲਾਉੈਂਸਸ ਮਿਲਦੇ ਸੀ ਚੀਫ ਇਨਫੋਰਮੇਸ਼ਨ ਕਮਿਸ਼ਨਰ ਨੂੰ ਬਿਫੋਰ 2019 ਅਮੈਂਡਮੈਂਟ ਟੂ ਦਾ RTI ਐਕਟ। ਬਟ ਉਹਦੇ ਬਾਅਦ ਇਹ ਹੁਣ ਡਿਪੈਂਡ ਕਰਦੇ ਨੇ ਗਵਰਨਮੈਂਟ ਤੇ, ਗਵਰਨਮੈਂਟ ਕਿੰਨੀ ਸੈਲਰੀ ਕਿੰਨਾ ਅਲਾਉੈਂਸ ਦੇਣਾ ਚਾਹੁੰਦੀ ਹੈ ਇਹ ਗਵਰਨਮੈਂਟ ਦੀ ਮਰਜ਼ੀ ਆ, ਉਹ ਉਹਨਾਂ ਦੇ ਉੱਪਰ ਹੁਣ ਬਾਈਂਡਿੰਗ ਨਹੀਂ ਹੈ ਕੁਝ, ਠੀਕ ਹੈ ਜੀ। ਇਸੇ ਕਰਕੇ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕੀਤਾ ਗਿਆ ਸੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਸਟੇਟ ਇਨਫੋਰਮੇਸ਼ਨ ਕਮਿਸ਼ਨਰਸ ਦੀ, ਤਾਂ ਉਹਨਾਂ ਦੀਆਂ ਜੋ ਸੈਲਰੀ ਅਲਾਉੈਂਸ ਕੰਡੀਸ਼ਨਸ ਹੁੰਦੀਆਂ ਸੀ ਪਹਿਲਾਂ ਉਹ ਹੁੰਦੀਆਂ ਸੀ ਐਜ਼ ਦੋਜ਼ ਆਫ ਦਾ ਸਟੇਟ ਇਲੈਕਸ਼ਨ ਕਮਿਸ਼ਨਰਸ ਔਰ ਦਾ ਚੀਫ ਇਲੈਕਸ਼ਨ ਕਮਿਸ਼ਨਰ ਆਫ ਦਾ ਸਟੇਟ, ਉਹਨਾਂ ਦੇ ਬਰਾਬਰ ਦੀਆਂ ਹੁੰਦੀਆਂ ਸੀ ਪਹਿਲਾਂ, ਠੀਕ ਹੈ ਜੀ। ਇਹ ਚੇਂਜਸ ਕੀਤੇ ਗਏ ਨੇ ਜਿਹਦੇ ਕਰਕੇ ਕਾਫੀ ਕ੍ਰਿਟੀਸਾਈਜ਼ ਕੀਤਾ ਗਿਆ। ਦੈਨ ਫਿਰ ਆਪਾਂ ਗੱਲ ਕਰਦੇ ਹਾਂ ਇਸ਼ੂਜ਼ ਵਿਦ ਦਾ ਵਰਕਿੰਗ ਆਫ ਇਨਫੋਰਮੇਸ਼ਨ ਕਮਿਸ਼ਨਸ। ਇਹਨਾਂ ਇਨਫੋਰਮੇਸ਼ਨ ਕਮਿਸ਼ਨਸ ਦੀ ਵਰਕਿੰਗ ਦੇ ਕੰਸਰਨ ਦੇ ਕੰਟੈਕਸਟ ਦੇ ਵਿੱਚ ਕੀ ਇਸ਼ੂਜ਼ ਨੇ ਜਿਨ੍ਹਾਂ ਕਰਕੇ ਆਪਾਂ ਕਹਿ ਲਓ ਨਿਊਜ਼ ਦੇ ਵਿੱਚ ਵੀ ਆਏ। ਫਸਟ ਇਜ਼ ਪੈਂਡੈਂਸੀਜ਼। ਐਜ਼ ਆਫ 2022 ਨੀਅਰਲੀ 3.5 lakh ਕੰਪਲੇਂਟਸ ਐਂਡ ਅਪੀਲਸ ਆਰ ਪੈਂਡਿੰਗ ਵਿਦ 26 ਇਨਫੋਰਮੇਸ਼ਨ ਕਮਿਸ਼ਨਸ ਅਕ੍ਰੋਸ ਇੰਡੀਆ। 3.5 ਲੱਖ RTI ਐਪਲੀਕੇਸ਼ਨਸ ਪੈਂਡਿੰਗ ਪਈਆਂ ਨੇ। ਕਿੰਨੀ ਪੈਂਡੈਂਸੀ ਆ ਦੇਖੋ, ਸਭ ਤੋਂ ਵੱਡਾ ਇਸ਼ੂ। ਦੈਨ ਜੇ ਪੈਂਡੈਂਸੀਜ਼ ਨੇ ਦੈਟ ਮੀਨਸ ਜਾਂ ਤਾਂ ਕਮਿਸ਼ਨ ਪ੍ਰੋਪਰਲੀ ਕੰਮ ਨਹੀਂ ਕਰ ਰਹੇ ਜਾਂ ਫਿਰ ਉਹਨਾਂ ਦੇ ਵਿੱਚ ਰਿਕੁਆਇਰਡ ਜੋ ਸਟਰੈਂਥ ਆ ਉਹਨਾਂ ਦੀ ਆਫਿਸਰਸ ਨੇ ਉਹ ਨਹੀਂ ਹੈਗੇ, ਠੀਕ ਹੈ ਜੀ। ਦੈਨ ਅਕੋਰਡਿੰਗ ਟੂ ਸਤਰਕ ਨਾਗਰਿਕ ਸੰਗਠਨ ਬੈਕਲੌਗ ਆਫ ਅਪੀਲਸ ਇਜ਼ ਇਨਕਰੀਜ਼ਿੰਗ ਐਵਰੀ ਈਅਰ। ਜਿਹੜੀ ਆਪਾਂ ਰਿਪੋਰਟ ਦੀ ਗੱਲ ਕੀਤੀ ਸੀ ਉਹ ਰਿਪੋਰਟ ਇੱਕ ਪ੍ਰਾਈਵੇਟ ਇੱਕ NGO ਹੈ ਸਤਰਕ ਨਾਗਰਿਕ ਸੰਗਠਨ, ਇਹਨਾਂ ਦੀ ਰਿਪੋਰਟ ਦੇ ਅਨੁਸਾਰ ਉਹ ਬੈਕਲੌਗਸ ਜਾਂ ਪੈਂਡੈਂਸੀਜ਼ ਅਪੀਲਸ ਦੇ ਵਿੱਚ ਨੇ ਜੋ ਵੱਧ ਰਹੀਆਂ ਨੇ। ਦੈਨ ਡਿਫੰਕਟ ਕਮਿਸ਼ਨਸ, ਜਿਵੇਂ ਤੁਹਾਨੂੰ ਦੱਸਿਆ ਕਿ ਕੰਮ ਨਹੀਂ ਕਰ ਰਹੇ ਹੋਣੇ ਨਾ। ਅਕੋਰਡਿੰਗ ਟੂ ਦਾ ਰਿਪੋਰਟ Jharkhand and Tripura out of 29 information commissions are completely defunct from last 15 to 20 months। ਪਿਛਲੇ 15-20 ਮਹੀਨਿਆਂ ਤੋਂ ਇੰਡੀਆ ਦੇ ਵਿੱਚ ਟੋਟਲ 29 ਇਲੈਕਸ਼ਨ ਆਪਣੇ ਇਨਫੋਰਮੇਸ਼ਨ ਕਮਿਸ਼ਨਸ ਨੇ, ਜਿਨ੍ਹਾਂ ਚੋਂ 2 ਨੇ ਜਿਹੜੇ ਝਾਰਖੰਡ ਤੇ ਤ੍ਰਿਪੁਰਾ, ਇਹ ਦੋਨੋਂ ਕੰਪਲੀਟਲੀ ਡਿਫੰਕਟ ਨੇ, ਮਤਲਬ ਇਹ ਕੰਮ ਹੀ ਨਹੀਂ ਕਰ ਰਹੇ, ਇਹਨਾਂ ਦਾ ਕੋਈ ਆਫਿਸਰ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਰਹੇ ਇਹ, ਜਿਹਦੇ ਕਰਕੇ ਪੈਂਡੈਂਸੀਜ਼ ਇੰਨੀਆਂ ਹੈ। Then vacancies, there are certain commissions currently having no chief to preside। ਉਹਨਾਂ ਕੋਲ ਚੀਫ ਇਨਫੋਰਮੇਸ਼ਨ ਕਮਿਸ਼ਨਸ ਹੀ ਸਟੇਟ ਗਵਰਨਮੈਂਟਸ ਨੇ ਅਪਾਇੰਟ ਨਹੀਂ ਕੀਤੇ। ਦੈਨ ਐਗਜ਼ਾਮਪਲ ਜਿਵੇਂ ਵੈਸਟ ਬੰਗਾਲ, ਆਂਧਰਾ ਪ੍ਰਦੇਸ਼, ਮਨੀਪੁਰ। ਦੈਨ ਇਸ ਤੋਂ ਇਲਾਵਾ ਜੋ ਉਹਨਾਂ ਕਮਿਸ਼ਨਸ ਦੀ ਸਟਿਪੂਲੇਟਡ ਸਟਰੈਂਥ ਹੈ, ਜੋ ਪ੍ਰੋਵਾਈਡਡ ਸਟਰੈਂਥ ਹੈ, ਉਸ ਸਟਰੈਂਥ ਨੂੰ ਮੈਚ ਕਰਦੀਆਂ ਅਪਾਇੰਟਮੈਂਟਸ ਉਹਨਾਂ ਦੇ ਲਈ ਨਹੀਂ ਫਾਈਨਲਾਈਜ਼ ਕੀਤੀਆਂ ਜਾ ਰਹੀਆਂ, ਠੀਕ ਹੈ ਜੀ। ਮਤਲਬ ਵੈਕੈਂਸੀਜ਼ ਪਈਆਂ ਨੇ। ਫਿਰ ਆਪਾਂ ਗੱਲ ਕਰ ਲਈਏ ਵਿਮਨ ਰਿਪਰੈਜ਼ੈਂਟੇਸ਼ਨ। ਇੱਕ ਹੋਰ ਇਸ਼ੂ ਹੈ ਕਿ ਵਿਮਨ ਰਿਪਰੈਜ਼ੈਂਟੇਸ਼ਨ ਬਹੁਤ ਘੱਟ ਹੈ। ਓਨਲੀ 5% ਆਫ ਦਾ ਪੋਸਟਸ ਆਰ ਆਕੂਪਾਈਡ ਬਾਈ ਵਿਮਨ, ਠੀਕ ਹੈ ਜੀ। ਫਿਰ ਆਪਾਂ ਗੱਲ ਕਰਦੇ ਹਾਂ RTI ਐਪਲੀਕੇਸ਼ਨ ਦੀ। ਜੇ RTI ਐਪਲੀਕੇਸ਼ਨ ਸਿਰਫ ਇੰਡੀਅਨ ਸਿਟੀਜ਼ਨਸ ਵਾਸਤੇ ਹੈ ਜੀ, ਜੋ ਇੰਡੀਆ ਦੇ ਸਿਟੀਜ਼ਨਸ ਨੇ ਸਿਰਫ ਉਹੀ RTI ਐਪਲੀਕੇਸ਼ਨ ਫਾਈਲ ਕਰ ਸਕਦੇ ਨੇ, ਹੋਰ ਕੋਈ ਨਹੀਂ ਕਰ ਸਕਦਾ, ਠੀਕ ਹੈ ਜੀ। NRIs ਨੇ ਜਿਹੜੇ ਉਹ ਵੀ RTI ਐਪਲੀਕੇਸ਼ਨ ਫਾਈਲ ਨਹੀਂ ਕਰ ਸਕਦੇ। ਤੇ ਜੇ ਆਨਲਾਈਨ ਐਪਲੀਕੇਸ਼ਨ ਫਾਈਲ ਕਰਨੀ ਆ ਉਹਦੇ ਲਈ ਕੋਈ ਚਾਰजेस ਨਹੀਂ ਹੈ, ਠੀਕ ਹੈ ਜੀ। 0 ਚਾਰजेस ਤੇ ਤੁਸੀਂ ਆਨਲਾਈਨ ਐਪਲੀਕੇਸ਼ਨ ਫਾਈਲ ਕਰ ਸਕਦੇ ਹੋ। ਸੋ ਜਿਹੜਾ ਸਾਡਾ ਕੁਐਸਚਨ ਸੀ ਉਹਦਾ ਆਨਸਰ ਆਊਗਾ ਜੀ ਓਨਲੀ ਇੰਡੀਅਨ ਸਿਟੀਜ਼ਨਸ ਕੈਨ ਫਾਈਲ RTI ਐਪਲੀਕੇਸ਼ਨ ਇਨ ਇੰਡੀਆ, ਬਿਕੋਜ਼ ਇੰਡੀਅਨ ਨੈਸ਼ਨਲਸ ਦੇ ਵਿੱਚ ਸਾਡੇ NRIs ਵੀ ਆ ਜਾਣਗੇ, ਸਾਡੇ OCI ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਹੋਲਡਰਸ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹ ਵੀ ਆ ਜਾਣਗੇ। ਸੋ ਨਹੀਂ ਕਰ ਸਕਦੇ, ਸਿਰਫ ਇੰਡੀਅਨ ਸਿਟੀਜ਼ਨਸ ਹੀ ਫਾਈਲ ਕਰ ਸਕਦੇ ਨੇ ਐਪਲੀਕੇਸ਼ਨ RTI ਦੇ ਅੰਡਰ। ਕੁਝ ਬੱਚਿਆਂ ਨੇ ਆਨਸਰ ਕੀਤਾ ਸੀ ਬਟ ਉਹ ਆਨਸਰ ਗਲਤ ਸੀ, ਧਿਆਨ ਰੱਖਿਓ, ਸਿਰਫ ਇੰਡੀਅਨ ਸਿਟੀਜ਼ਨਸ ਹੀ ਕਰ ਸਕਦੇ ਨੇ। ਤੇ ਨੈਕਸਟ ਸਾਡਾ ਜੋ ਟੌਪਿਕ ਹੈ ਜੀ ਦੈਟ ਇਜ਼ ਆਫਿਸ ਆਫ ਗਵਰਨਰ, ਵੈਰੀ ਇੰਪੋਰਟੈਂਟ ਪੋਲਿਟੀ। ਇਹ ਸਾਡੇ ਸਾਡੇ GS ਪੇਪਰ ਦਾ ਵੀ ਪਾਰਟ ਹੈ, GS ਦਾ ਵੀ ਪਾਰਟ ਹੈ। ਹਾਂਜੀ ਰਮਨ ਮੰਗਲਾ ਜੀ, ਵੈਰੀ ਗੁੱਡ ਜੀ। ਤੇ ਇਹ ਸਾਡੇ ਪੋਲਿਟੀ ਜਿਵੇਂ ਕਹ ਲਓ ਸਾਡਾ ਜੋ ਸਟੈਟਿਕ ਪੋਰਸ਼ਨ ਆ ਉਹਦਾ ਵੀ ਪਾਰਟ ਹੈ, ਤੇ ਪਲੱਸ ਰੀਸੈਂਟਲੀ ਨਿਊਜ਼ ਦੇ ਵਿੱਚ ਬਹੁਤ ਰਿਹਾ, ਦੈਟਸ ਵਾਈ ਬਹੁਤ ਇੰਪੋਰਟੈਂਟ ਹੈ ਇਸ ਸਾਲ ਸਾਡੇ ਲਈ। First, consider the following statements about the office of governor. First statement is
एज पर द कॉन्स्टिट्यूशन 2 और मोर स्टेट्स कैन हैव अ सिंगल गवर्नर। मतलब साडे संविधान के मुताबिक एक ਜਾਂ ਇੱਕ ਤੋਂ ਜ਼ਿਆਦਾ ਜਿਹੜੇ ਸੂਬੇ ਨੇ ਸਾਡੀਆਂ ਸਟੇਟਸ ਨੇ ਉਹਨਾਂ ਦਾ ਇੱਕੋ ਗਵਰਨਰ ਹੋ ਸਕਦਾ ਹੈ। ਪਹਿਲੀ ਸਟੇਟਮੈਂਟ ਇਹ ਕਹਿੰਦੀ ਹੈ। ਸੈਕੰਡ ਸਟੇਟਮੈਂਟ ਗਵਰਨਰ ਹੋਲਡਸ ਦ ਆਫਿਸ ਡਿਊਰਿੰਗ ਦ ਪਲੇਜ਼ਰ ਆਫ ਦ ਪ੍ਰੈਜ਼ੀਡੈਂਟ। मतलब ਜਿੰਨਾ ਚਿਰ ਸਾਡਾ ਰਾਸ਼ਟਰਪਤੀ ਚਾਹੁੰਦਾ ਗਵਰਨਰ ਉਨਾ ਟਾਈਮ ਹੀ ਆਪਣੇ ਦਫ਼ਤਰ 'ਚ ਰਹਿ ਸਕਦਾ, ਜਦੋਂ ਪ੍ਰੈਜ਼ੀਡੈਂਟ ਨੂੰ ਜਦੋਂ ਮਰਜ਼ੀ ਚਾਹੇ ਗਵਰਨਰ ਨੂੰ ਰਿਮੂਵ ਕਰ ਸਕਦਾ। ਸੈਕੰਡ ਸਟੇਟਮੈਂਟ ਦਾ ਮਤਲਬ ਇਹ ਹੈ। ਥਰਡ ਸਟੇਟਮੈਂਟ office of governor is considered as an employment under the central government। मतलब इनू सेंट्रल गवर्नमेंट के अंडर एक इंप्लॉयमेंट मन्निया जाता ऑफिस ऑफ गवर्नर नू। ठीक है जी। सो इन्हां तिन्नां स्टेटमेंट्स बारे तुसीं दसना कि सारियां स्टेटमेंट ऑल 3 स्टेटमेंट्स आर करैक्ट, ओनली 1 and 2 आर करैक्ट, ओनली 1 इज करैक्ट, या फिर 2 and 3 आर करैक्ट। ठीक है जी। तो हुण असीं साडे न्यूज़ की गल कर लईए। वाई इज इन न्यूज़? बिकॉज रिसेंटली तमिलनाडु गवर्नमेंट ने एक पटीशन प्रेजेंट की है, एक पटीशन फाइल की है प्रेजिडेंट कोल, सो दैट उन्हों का जो स्टेट का गवर्नर आ उन्होंने रिमूव कर दिता जाए। ठीक है जी। मतलब हाले तक की होंदा सी जदों सेंट्रल गवर्नमेंट चाहती है, सेंट्रल गवर्नमेंट प्रेजिडेंट नूं कहती है, बिकॉज प्रेजिडेंट ने एक्ट करना ऑन द एड एंड एडवाइस ऑफ द यूनियन काउंसिल ऑफ मिनिस्टर। मतलब जो यूनियन काउंसिल ऑफ मिनिस्टर दैट मीनस यूनियन गवर्नमेंट जदों प्रेजिडेंट नूं एडवाइस करूगी गवर्नर किसी भी गवर्नर नूं रिमूव करने के लिए, तो प्रेजिडेंट रिमूव कर दूगा। बट हुण इस केस दे विच की होया कि तमिलनाडु गवर्नमेंट ने एक पटीशन प्रेजिडेंट नूं दित्ती है, सो दैट कि उन्हां दा जो गवर्नर उन्होंने रिमूव कर दिता जाए। मतलब उन्हां दे विच कोई तमिलनाडु के गवर्नर ते तमिलनाडु की स्टेट गवर्नमेंट दे विच कह लो भी कॉन्फ्लिक्ट है, कोई वर्किंग दे उन्हां दी कह लो जां तां कह लो भी गवर्नर उन्हां दी वर्किंग च इंटरफेयर कर रहा है, जां कह लो भी उत्थों की जो गवर्नमेंट है वो गवर्नर के काम तो खुश नहीं है, जिहदे करके उन्होंने गवर्नर नूं उत्थों के राजपाल नूं रिमूव करने लई प्रेजिडेंट नूं कहा। तां करके न्यूज़ सी। प्लस एक होर गल सी कि केरला गवर्नमेंट ने रिसेंटली एक बिल लैके आंदा अपने असैंबली दे विच, जिहदे अकॉर्डिंग वो उत्थों के गवर्नर नूं चांसलर दियां जो रिस्पोंसिबिलिटीज़ ने उन्हां तो फ्री करना चाहुंदे ने। मतलब जो सानू पता है कि जो साडियां स्टेट दे यूनीवर्सिटीज़ हुंदियां ने उन्हां दा जो चांसलर हुंदा वो गवर्नर हुंदा। गवर्नर इज एक्स ऑफिशियो चांसलर ऑफ द स्टेट यूनीवर्सिटीज़। एक्स ऑफिशियो का मतलब तुहानू पता, आपां पिछे 1-2 क्लासिस दे विच डिस्कस कीता सी। एक्स ऑफिशियो का मतलब होंदा कि एक ऑफिस होल्ड कर रहा कोई, उस ऑफिस के आधार पर उन्होंने कोई होर रिस्पोंसिबिलिटी दी जा रही है, दैट मीनस एक्स ऑफिशियो। तो इत्थे एक्स ऑफिशियो मतलब जिहड़ा भी बंदा कोई किसी स्टेट के गवर्नर का ऑफिस होल्ड कर रहा उन्होंने उस स्टेट का गवर्नर होने के आधार पर स्टेट दी यूनीवर्सिटीज़ का चांसलर बनाया जाता। ये ऑल ओवर इंडिया ये गल मनी इंप्लीमेंटेड आ। बट केरल गवर्नमेंट ने रिसेंटली एक बिल लैके आंदा, जो बिल पास हो जाता तो उत्थों का जिहड़ा गवर्नर आ उहदियां जो रिस्पोंसिबिलिटीज़ ने एज चांसलर ऑफ द स्टेट यूनीवर्सिटीज़ वो खत्म हो जाएगियां। कारण इहदा भी उही है कि उहदे काम तो खुश नहीं है जां इंटरफेयर कर रहे हैं, अनड्यू इंटरफेरेंस कर रहे हैं इन द वर्किंग ऑफ द स्टेट गवर्नमेंट। ठीक है जी। दैन कॉन्स्टिट्यूशनल प्रोविजनस विद रिस्पैक्ट टू गवर्नर। गवर्नर के संबंध दे विच साडे कोले कुछ हाँ काफ़ी बच्चे आंसर कर रहे हैं। ठीक है जी। बस 2-4 मिनट आप आंसर डिस्कस करांगे, टॉपिक खत्म हो लैन दो। तो बाकियों भी रिक्वेस्ट करदा जिहड़े ऑनलाइन ने तुसीं भी आंसर करो जी गवर्नर वाले क्वेश्चन का। तो साडा जो गवर्नर है सानूं पता है एक कॉन्स्टिट्यूशनल ऑफिस आ, इहदे लई स्पैशल आर्टिकल्स ने। तो कॉन्स्टिट्यूशन दे अंडर किहड़ियां प्रोविजनस प्रोवाइडेड ने जी विद रिस्पैक्ट टू गवर्नर। फर्स्ट वेरी इंपोर्टेंट, गवर्नर इज द एग्जीक्यूटिव हैड ऑफ द स्टेट। ये तुहानूं पता होना चाहिए। जिवें प्रेजिडेंट नूं असीं एग्जीक्यूटिव हैड कहने आ यूनीयन का, उस तरह एग्जीक्यूटिव हैड आ जिहड़ा स्टेट गवर्नमेंट का वो हुंदा गवर्नर। ठीक है जी। दैन आर्टिकल 153 ऑफिस ऑफ गवर्नर की गल करदा, ध्यान रखियो वेरी इंपोर्टेंट। ये आर्टिकल इस तरह पूछा जा सकता कि आर्टिकल 153 की प्रोवाइड करता, जां ये पूछा जा सकता कि ऑफिस ऑफ गवर्नर इज प्रोवाइडेड अंडर विच आर्टिकल। ऑफिस ऑफ गवर्नर इज प्रोवाइडेड अंडर आर्टिकल 153 एंड आर्टिकल 155 प्रोवाइड्स फॉर अपॉइंटमेंट ऑफ गवर्नर, इट इज टू बी अपॉइंटेड बाय प्रेजिडेंट। ठीक है जी। ये गवर्नर की अपॉइंटमेंट की गल करता आर्टिकल 155। दैन आर्टिकल 156 इट प्रोवाइड्स फॉर टर्म ऑफ द ऑफिस, भी गवर्नर दे ऑफिस की टर्म किन्ने सालों की हो, या जिहड़ा कह लो भी एक बारी एक बंदा आपां किसी भी परसन नूं एज अ गवर्नर अपॉइंट करता किसी स्टेट का, तो किन्ने सालों लई किन्ने टाइम लई उस ऑफिस नूं होल्ड करूगा, उहदे बारे गल करदा जी आर्टिकल 156। की कहंदा है आर्टिकल 156 सेज
that a governor holds office during the pleasure of president। जिन्ना टाइम प्रेजिडेंट चाहूगा उन्ना टाइम ही वो पर्सन गवर्नर ਦਾ ਆਫਿਸ ਹੋਲਡ ਕਰੂਗਾ। ਠੀਕ ਹੈ ਜੀ। ਦੈਨ ਆਪਾਂ ਗੱਲ ਕਰ ਲਈਏ ਕੁਆਲੀਫਿਕੇਸ਼ਨਸ ਫॉर द अपॉइंटमेंट ऑफ पर्सन एज अ गवर्नर। भी साडे कॉन्स्टिट्यूशन ਦੇ ਵਿੱਚ ਕੋਈ ਪਾਰਟਿਕੂਲਰ ਕੁਆਲੀਫਿਕੇਸ਼ਨ ਕੋਈ ਪਾਰਟਿਕੂਲਰ ਕੰਡੀਸ਼ਨਸ ਪ੍ਰੋਵਾਈਡ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਆਧਾਰ ਤੇ ਕਿਸੇ ਇੱਕ ਬੰਦੇ ਨੂੰ ਅਸੀਂ ਗਵਰਨ ਕਿਸੇ ਇੱਕ ਪਰਸਨ ਨੂੰ ਅਸੀਂ ਗਵਰਨਰ ਅਪਾਇੰਟ ਕਰਨਾ। ਉਹਦੇ ਲਈ ਦੋ ਕੁਆਲੀਫਿਕੇਸ਼ਨਸ ਨੇ। ਫਸਟ ਹੀ ਮਸਟ ਬੀ ਅ ਸਿਟੀਜ਼ਨ ਆਫ ਇੰਡੀਆ, ਇੰਡੀਆ ਦਾ ਸਿਟੀਜ਼ਨ ਹੋਣਾ ਚਾਹੀਦਾ ਜੀ। ਸੈਕੰਡ ਹੀ ਸ਼ੁੱਡ ਹੈਵ ਕੰਪਲੀਟਡ ਦ ਏਜ ਆਫ 35 ਈਅਰਸ, ਮਤਲਬ 35 ਸਾਲ ਤੋਂ ਛੋਟਾ ਨਹੀਂ ਹੋਣਾ ਚਾਹੀਦਾ। ਐਟ ਲੀਸਟ 35 ਸਾਲਾਂ ਦੀ ਏਜ ਉਹਨੇ ਕੰਪਲੀਟ ਕਰ ਲਈ ਹੋਵੇ, ਫਿਰ ਹੀ ਉਹਨੂੰ ਗਵਰਨਰ ਦੀ ਅਪਾਇੰਟਮੈਂਟ ਲਈ ਕੰਸੀਡਰ ਕੀਤਾ ਜਾ ਸਕਦਾ। ਹੋਰ ਕੋਈ ਐਜੂਕੇਸ਼ਨ ਕੁਆਲੀਫਿਕੇਸ਼ਨ, ਹੋਰ ਕਿਸੇ ਤਰ੍ਹਾਂ ਦਾ ਕੋਈ ਇਸ ਤੋਂ ਪਹਿਲਾਂ ਐਕਸਪੀਰੀਅੰਸ, ਉਹ ਸਾਡੇ ਕੌਨਸਟੀਟਿਊਸ਼ਨ ਦੇ ਅੰਡਰ ਪ੍ਰੋਵਾਈਡਡ ਨਹੀਂ ਹੈ। ਗਵਰਨਰ ਅਪਾਇੰਟ ਕਰਨ ਦੇ ਲਈ ਸਿਰਫ ਦੋ ਕੰਡੀਸ਼ਨਸ ਨੇ, ਜਾਂ ਇੱਕ ਤਾਂ ਉਹ 35 ਸਾਲ ਦੀ ਏਜ ਹੋਵੇ ਐਟ ਲੀਸਟ, ਦੂਜਾ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ। ਠੀਕ ਹੈ ਜੀ। ਇਹ ਦੋ ਕੰਡੀਸ਼ਨਸ, ਇਹ ਦੋ ਕੁਆਲੀਫਿਕੇਸ਼ਨਸ ਪ੍ਰੋਵਾਈਡਡ ਨੇ ਅੰਡਰ ਦਾ ਕੌਨਸਟੀਟਿਊਸ਼ਨ, ਧਿਆਨ ਰੱਖਿਓ। ਦੈਨ ਅਸੀਂ ਗੱਲ ਕਰ ਲਈਏ ਅਦਰ ਸਟੇਟਸ ਜਿੱਥੇ ਇਦਾਂ ਦੇ ਕੌਨਫਲਿਕਟਸ, ਜਿਵੇਂ ਆਪਾਂ ਕੇਰਲ ਤੇ ਤਮਿਲਨਾਡੂ ਦੀ ਤਾਂ ਗੱਲ ਕਰ ਲਈ, ਬਟ ਕੁਝ ਹੋਰ ਸਟੇਟਸ ਨੇ ਜਿੱਥੇ ਇਦਾਂ ਦੇ ਕੌਨਫਲਿਕਟਸ ਦੇਖੇ ਗਏ ਨੇ। ਉਹ ਕਿਹੜੀਆਂ ਸਟੇਟਸ ਨੇ? ਜਦੋਂ ਆਪਾਂ ਪੰਜਾਬ ਦੀ ਗੱਲ ਕਰ ਲਈਏ, ਬਿਕੋਜ਼ ਰੀਸੈਂਟਲੀ ਪੰਜਾਬ ਗਵਰਨਮੈਂਟ ਨੇ ਕਹਿ ਲਓ ਇੱਕ ਸਪੈਸ਼ਲ ਸੈਸ਼ਨ ਕਾਲ ਕਰਨ ਦੇ ਲਈ ਗਵਰਨਰ ਨੂੰ ਕਿਹਾ ਸੀ, ਕਿਉਂਕਿ ਗਵਰਨਰ ਨੇ ਹੀ ਕਾਲ ਕਰਨਾ ਹੁੰਦਾ। ਜਿਵੇਂ ਸੈਂਟਰ ਦੇ ਉੱਪਰ ਜਦੋਂ ਸਮਨ ਕਰਨਾ ਦੋਨੋਂ ਹਾਊਸਸ ਨੂੰ, ਉਹ ਰਿਸਪੌਂਸਿਬਿਲਿਟੀ ਹੁੰਦੀ ਹੈ ਪ੍ਰੈਜ਼ੀਡੈਂਟ ਦੀ। ਉਸੇ ਤਰ੍ਹਾਂ ਸਟੇਟ ਦੇ ਵਿੱਚ ਜਦੋਂ ਸਟੇਟ ਅਸੈਂਬਲੀ ਨੂੰ ਜਾਂ ਕਾਉਂਸਲ ਹੈਗੀ ਆ ਤਾਂ ਉਹਨਾਂ ਨੂੰ ਸਮਨ ਕਰਨ ਦੇ ਲਈ, ਉਹਨਾਂ ਦੀ ਸਿਟਿੰਗ ਦੇ ਲਈ ਕਾਲ ਕਰਨ ਦੀ ਜੋ ਪਾਵਰ ਹੈ ਉਹ ਗਵਰਨਰ ਕੋਲੇ ਆ। ਰੀਸੈਂਟਲੀ ਪੰਜਾਬ ਗਵਰਨਮੈਂਟ ਨੇ ਉਹਨਾਂ ਨੂੰ ਗਵਰਨਰ ਨੂੰ ਲਿਖਿਆ ਸੀ ਕਿ ਇੱਕ ਸਪੈਸ਼ਲ ਸੈਸ਼ਨ ਦੇ ਲਈ ਸਾਨੂੰ ਤੁਸੀਂ ਅਲਾਓ ਕਰੋ, ਬਟ ਉਹਨਾਂ ਨੇ ਕਾਫੀ ਟਾਈਮ ਨਹੀਂ ਕੀਤਾ, ਫਾਈਨਲੀ ਕਰਨਾ ਪਿਆ। ਉਹ ਇੱਕ ਕਨਫਲਿਕਟਿੰਗ ਇਸ਼ੂ ਸੀ। ਦੈਨ ਵਿਦ ਰਿਸਪੈਕਟ ਟੂ ਦ ਅਪਾਇੰਟਮੈਂਟ ਆਫ ਵਾਈਸ ਚਾਂਸਲਰਸ ਆਫ PAU ਲੁਧਿਆਣਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਅਪਾਇੰਟਮੈਂਟ, ਐਂਡ ਬਾਬਾ ਫਰੀਦ ਯੂਨੀਵਰਸਿਟੀ ਜੋ ਸਾਡੇ ਫਰੀਦਕੋਟ ਇੱਕ ਮੈਡੀਕਲ ਯੂਨੀਵਰਸਿਟੀ ਆ ਸਾਡੀ, ਉਹਨਾਂ ਦੇ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਨੂੰ ਲੈ ਕੇ ਵੀ ਸਾਡੀ ਪੰਜਾਬ ਗਵਰਨਮੈਂਟ ਤੇ ਪੰਜਾਬ ਦੇ ਜੋ ਗਵਰਨਰ ਨੇ, ਰਾਜਪਾਲ ਨੇ, ਉਹਨਾਂ ਦੇ ਵਿੱਚ ਕਾਫੀ ਕਨਫਲਿਕਟ ਰਿਹਾ, ਜਿਹਦੇ ਕਰਕੇ ਕਾਫੀ ਇਹਨਾਂ ਨੇ ਇੱਕ ਦੂਸਰੇ ਨੂੰ ਪਬਲਿਕਲੀ ਕ੍ਰਿਟੀਸਾਈਜ਼ ਵੀ ਕੀਤਾ। ਦੈਨ ਅਸੀਂ ਗੱਲ ਕਰ ਲਈਏ ਉਸੇ ਤਰ੍ਹਾਂ ਵੈਸਟ ਬੰਗਾਲ ਹੋ ਗਿਆ, ਯੂਨੀਅਨ ਟੈਰੀਟਰੀ ਆਫ ਦਿੱਲੀ ਦੇ ਵਿੱਚ ਵੀ ਇਹ ਦੇਖਿਆ ਜਾਂਦਾ ਕਿ ਦਿੱਲੀ ਗਵਰਨਮੈਂਟ ਕਹਿੰਦੀ ਆ ਕਿ ਇੱਥੋਂ ਦਾ ਜੋ ਲਿਊਟੀਨੈਂਟ ਗਵਰਨਰ ਹੈ ਉਹ ਅਨਡਿਊ ਇੰਟਰਫੇਰੈਂਸ ਕਰਦਾ ਸਾਡੀ ਵਰਕਿੰਗ ਦੇ ਵਿੱਚ, ਜਿਹਦੇ ਕਰਕੇ ਅਸੀਂ ਪ੍ਰੋਪਰਲੀ ਕੰਮ ਨਹੀਂ ਕਰ ਪਾ ਰਹੇ। ਠੀਕ ਹੈ ਜੀ। ਇਹ ਕੁਝ ਸਟੇਟਸ ਨੇ ਜਿੱਥੇ ਮੁੱਦੇ ਦੇਖੇ ਜਾ ਰਹੇ। ਇਹਨਾਂ ਦਾ ਰੀਜ਼ਨ ਮੇਨ ਕੀ ਆ? ਰੀਜ਼ਨ ਇਹ ਹੈ ਕਿ ਸੈਂਟਰਲ ਗਵਰਨਮੈਂਟ ਕਿਸੇ ਹੋਰ ਪਾਰਟੀ ਦੀ ਆ, ਸਟੇਟ ਗਵਰਨਮੈਂਟਸ ਕਿਸੇ ਹੋਰ ਪਾਰਟੀ ਦੀਆਂ ਨੇ। ਬਿਕੋਜ਼ ਸਾਨੂੰ ਪਤਾ ਕਿ ਜੋ ਸਟੇਟ ਦਾ ਗਵਰਨਰ ਆ ਉਹਨੂੰ ਸੈਂਟਰਲ ਗਵਰਨਮੈਂਟ ਅਪਾਇੰਟ ਕਰਦੀ ਆ ਥਰੂ ਪ੍ਰੈਜ਼ੀਡੈਂਟ। ਸੋ ਜੋ ਸਟੇਟ ਦਾ ਗਵਰਨਰ ਆ ਉਹਨੂੰ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਐਜ਼ ਅ ਨਿਊਟਰਲ ਪਰਸਨ ਐਕਟ ਕਰੇ, ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਐਲੀਜੀਅੰਸ ਸ਼ੋ ਨਾ ਕਰੇ। ਬਟ ਇਹ ਪ੍ਰੈਕਟੀਕਲੀ ਨਹੀਂ ਹੋ ਰਿਹਾ। ਜਿਹੜੇ ਗਵਰਨਰ ਅਪਾਇੰਟ ਕੀਤੇ ਜਾ ਰਹੇ ਨੇ ਉਹ ਸੈਂਟਰਲ ਗਵਰਨਮੈਂਟ ਅਪਾਇੰਟ ਕਰ ਰਹੀ ਆ, ਤੇ ਉਹ ਕਹਿ ਲਓ ਆਪਣੇ ਆਫਿਸ ਨੂੰ ਸਿਕਿਉਰ ਕਰਨ ਦੇ ਲਈ, ਕਿਉਂਕਿ ਸਾਨੂੰ ਪਤਾ ਕਿ ਜਿੰਨਾ ਟਾਈਮ ਪ੍ਰੈਜ਼ੀਡੈਂਟ ਚਾਹੂਗਾ ਗਵਰਨਰ ਉਨਾ ਟਾਈਮ ਹੀ ਆਫਿਸ ਹੋਲਡ ਕਰੂਗਾ। ਸੋ ਆਪਣੇ ਆਫਿਸ ਨੂੰ, ਆਪਣੀ ਪੋਜੀਸ਼ਨ ਨੂੰ ਸਿਕਿਉਰ ਕਰਨ ਦੇ ਲਈ ਜਿਹੜੇ ਗਵਰਨਰਸ ਨੇ ਉਹ ਸੈਂਟਰਲ ਲਾਈਨ ਨੂੰ ਫੋਲੋ ਕਰਨ ਲੱਗ ਜਾਂਦੇ ਨੇ, ਜਿਹਦੇ ਕਰਕੇ ਸਟੇਟ ਗਵਰਨਮੈਂਟ ਤੇ ਗਵਰਨਰ ਦੇ ਆਫਿਸ ਦੇ ਵਿੱਚ ਕਨਫਲਿਕਟ ਦੇਖਿਆ ਜਾਂਦਾ। ਠੀਕ ਹੈ ਜੀ। ਇਹ ਮੇਨ ਰੀਜ਼ਨ ਹੈ। ਜਿਵੇਂ ਆਪਾਂ ਰੀਜ਼ਨਸ ਦੀ ਗੱਲ ਕਰ ਲਈਏ, ਇਹਦੇ ਕਰਕੇ ਹੀ ਕੀ ਹੁੰਦਾ, ਸਿਟਿੰਗ ਔਨ ਦ ਬਿਲਸ ਡਿਕਲੇਅਰਡ ਬਾਈ ਦ ਸਟੇਟ ਲੈਜਿਸਲੇਚਰ। ਜਿਵੇਂ ਸਟੇਟ ਲੈਜਿਸਲੇਚਰ ਨੇ ਕੋਈ ਬਿੱਲ ਪਾਸ ਕਰਤਾ, ਜਿੰਨਾ ਟਾਈਮ ਉਹਨੂੰ ਗਵਰਨਰ ਸਾਈਨ ਨਹੀਂ ਕਰੂਗਾ, ਆਪਣੀ ਅਸੈਂਟ ਨਹੀਂ ਪ੍ਰੋਵਾਈਡ ਕਰੂਗਾ, ਐਕਟ ਨਹੀਂ ਬਣ ਪਾਊਗਾ। ਜਿਵੇਂ ਕੇਰਲ ਦੇ ਵਿੱਚ ਦੇਖਿਆ ਜਾ ਰਿਹਾ ਵੀ ਕੇਰਲ ਗਵਰਨਮੈਂਟ ਨੇ ਇੱਕ ਬਿੱਲ ਲਿਆਂਦਾ ਜਿਹਦੇ ਅੰਡਰ ਉਹ ਗਵਰਨਰ ਨੂੰ ਉਹਦੇ ਵਾਈਸ ਚਾਂਸਲਰਸ ਦੀਆਂ ਰਿਸਪੌਂਸਿਬਿਲਿਟੀਜ਼ ਤੋਂ ਫ੍ਰੀ ਕਰਨ ਲਈ ਕਹਿ ਰਿਹਾ। ਬਟ ਤੁਸੀਂ ਸੋਚੋ ਕਿ ਗਵਰਨਰ ਦੀਆਂ ਆਪਾਂ ਪਾਵਰਸ ਘਟਾ ਰਹੇ ਹਾਂ ਤੇ ਗਵਰਨਰ ਤੋਂ ਹੀ ਉਹ ਬਿੱਲ ਨੂੰ ਅਸੀਂ ਪਾਸ ਕਰਵਾਉਣਾ। ਕੀ ਗਵਰਨਰ ਉਸ ਬਿੱਲ ਨੂੰ ਪਾਸ ਕਰੂਗਾ? ਨਹੀਂ ਕਰੂਗਾ, ਜਿਹਦੇ ਕਰਕੇ ਉਹਨਾਂ ਦੇ ਵਿੱਚ ਕਨਫਲਿਕਟ ਦੇਖਿਆ ਜਾਊ। ਇਸੇ ਤਰ੍ਹਾਂ ਤਮਿਲਨਾਡੂ ਦੇ ਕੇਸ 'ਚ ਹੋਇਆ ਸੀ। ਜੋ ਸਾਡਾ ਨੀਟ ਦਾ ਟੈਸਟ ਹੁੰਦਾ ਨਾ, ਜਿਹਨੇ PMT ਨੂੰ ਰਿਪਲੇਸ ਕੀਤਾ, ਜੋ ਮੈਡੀਕਲ ਐਂਟਰੈਂਸ ਐਗਜ਼ਾਮ ਆ ਨੀਟ, ਉਹਦੇ ਵਿੱਚ ਨਾ ਕੁਝ ਤਮਿਲਨਾਡੂ ਆਪਣੀਆਂ ਕੁਝ ਚੇਂਜਸ ਲੈ ਕੇ ਆ ਰਿਹਾ ਸੀ ਵੀ ਸਾਡੇ ਜੋ ਤਮਿਲਨਾਡੂ ਦੇ ਸਟੂਡੈਂਟਸ ਨੇ ਉਹਨਾਂ ਨੂੰ ਅਸੀਂ ਲੋਕਲ ਲੈਂਗੁਏਜ ਦੇ ਵਿੱਚ ਹੀ ਉਹਨਾਂ ਦਾ ਟੈਸਟ ਕੰਡਕਟ ਕਰਾਂਗੇ। ਉਹਦੇ ਲਈ ਉਹਨਾਂ ਦੀ ਗਵਰਨਮੈਂਟ ਨੇ ਆਪਣੇ ਹਾਊਸ ਦੇ ਵਿੱਚ ਬਿੱਲ ਪਾਸ ਕਰਤਾ, ਬਟ ਗਵਰਨਰ ਨੇ ਉਹਨੂੰ ਅਪਰੂਵ ਨਹੀਂ ਕੀਤਾ, ਜਿਹਦੇ ਕਰਕੇ ਉਹਨਾਂ 'ਚ ਵੀ ਕਨਫਲਿਕਟ ਰਿਹਾ। ਸੋ ਮਤਲਬ ਇਹ ਵੀ ਸਿਟਿੰਗ ਔਨ ਦ ਬਿਲਸ ਡਿਕਲੇਅਰਡ ਬਾਈ ਦ ਸਟੇਟ ਲੈਜਿਸਲੇਚਰਸ, ਦੈਨ ਅਨਡਿਊ ਇੰਟਰਫੇਰੈਂਸ ਇਨ ਦ ਸਟੇਟ ਐਡਮਿਨਿਸਟ੍ਰੇਸ਼ਨ। ਠੀਕ ਹੈ ਜੀ।
then over the appointment of BCs to state university, ਜਿਵੇਂ ਆਪਾਂ ਪੰਜਾਬ ਦੀ ਗੱਲ ਕੀਤੀ ਆ, ਉਹਦੇ ਚੋਂ ਕਹਿ ਲਓ ਵੀ ਗਵਰਨਰ ਕਿਸੇ ਹੋਰ ਨੂੰ ਅਪਾਇੰਟ ਕਰਨਾ ਚਾਹੁੰਦਾ, ਸਟੇਟ ਗਵਰਨਮੈਂਟ ਕਿਸੇ ਹੋਰ ਨੂੰ ਅਪਾਇੰਟ ਕਰਨਾ ਚਾਹੁੰਦੀ ਆ। then not approving the dates for election of speaker as was seen in the case of ਮਹਾਰਾਸ਼ਟਰ ਕੇਸ ਦੇ ਵਿੱਚ ਕਾਫੀ ਟਾਈਮ ਨਿਊਜ਼ ਦੇ ਵਿੱਚ ਰਿਹਾ ਸੀ, ਕਿਉਂਕਿ ਜੋ ਉੱਥੋਂ ਦੀ ਸਪੀਕਰ ਦੀਆਂ ਇਲੈਕਸ਼ਨਸ ਡਿਊ ਸੀ, ਬਟ ਗਵਰਨਰ ਨੇ ਇਲੈਕਸ਼ਨ ਸਪੀਕਰ ਦੀਆਂ ਇਲੈਕਸ਼ਨਸ ਦੇ ਲਈ ਡੇਟ ਹੀ ਨਹੀਂ ਅਨਾਊਂਸ ਕੀਤੀ, ਬਹੁਤ ਲੰਮਾ ਸਮਾਂ ਡੇਟ ਅਨਾਊਂਸ ਨਹੀਂ ਕੀਤੀ, ਜਿਹਦੇ ਕਰਕੇ ਇੱਕ ਦੂਸਰੇ ਨੂੰ ਕ੍ਰਿਟੀਸਾਈਜ਼ ਕਰਦੇ ਰਹੇ ਹੋ। then very important, undefined discretionary powers of the governors ਕੋਲੇ ਕੁਝ discretionary powers ਹੁੰਦੀਆਂ ਜੀ। ਕੁਝ ਡਿਸਕ੍ਰਿਸ਼ਨਰੀ ਪਾਵਰ, ਡਿਸਕ੍ਰਿਸ਼ਨਰੀ ਦਾ ਮਤਲਬ ਹੁੰਦਾ ਆਪਣੀ ਮਰਜ਼ੀ ਦੇ ਨਾਲ ਉਹਨਾਂ ਪਾਵਰਸ ਨੂੰ ਯੂਜ਼ ਕਰਨਾ, ਠੀਕ ਹੈ ਜੀ। ਸੋ ਜੋ ਡਿਸਕ੍ਰਿਸ਼ਨਰੀ ਪਾਵਰਸ ਨੇ ਗਵਰਨਰ ਦੀਆਂ, ਉਹ ਡਿਫਾਈਨਡ ਨਹੀਂ ਹੈ ਕਿ ਕਿਹੜੀ ਪਾਵਰ ਉਹਦੇ ਡਿਸਕ੍ਰਿਸ਼ਨ ਦੇ ਅੰਡਰ ਆਉਂਦੀ ਹੈ, ਕਿਹੜੀ ਨਹੀਂ ਆਉਂਦੀ। ਸੋ ਉਹ ਵੀ ਇੱਕ ਕਾਰਨ ਬਣਦਾ ਇਹਨਾਂ ਕਨਫਲਿਕਟਸ ਦਾ। ਆਰਟੀਕਲ 15, 16, 19, 29, 30 only for Indian citizen and RTI is derived from article 19. Please confirm me, sir. ਹਾਂਜੀ ਹਾਂਜੀ, RTI ਆਰਟੀਕਲ 19 ਤੋਂ ਡਿਪਰਾਈਵ ਕੀਤੀ ਗਈ। ਜਿਵੇਂ ਤੁਹਾਨੂੰ ਦੱਸਿਆ ਕਿ ਜੋ ਆਰਟੀਕਲ 19 ਦੇ ਅੰਡਰ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਦੇ ਅੰਡਰ ਅਸੀਂ RTI ਨੂੰ ਐਜ਼ ਅ ਫੰਡਾਮੈਂਟਲ ਰਾਈਟਸ ਦਾ ਪਾਰਟ ਕੰਸੀਡਰ ਕਰਦੇ ਹਾਂ, ਠੀਕ ਹੈ ਜੀ। ਸੋ ਇਹੀ ਮੈਂ ਤੁਹਾਨੂੰ ਕੁਐਸਚਨ 'ਚ ਕਿਹਾ ਸੀ ਕਿ ਜੋ RTI ਹੈ ਉਹ ਸਿਰਫ ਸਿਟੀਜ਼ਨਸ ਹੀ ਫਾਈਲ ਕਰ ਸਕਦੇ ਨੇ। ਸੋ ਇਹਦੇ 'ਚ ਕੀ ਕਨਫਿਊਜ਼ਨ ਹੈ ਜੀ? ਇਹੀ ਕਾਰਨ ਆ ਕਿ ਜੋ ਸਾਡੀ RTI ਆ ਉਹ ਸਿਰਫ ਸਿਟੀਜ਼ਨਸ ਦੇ ਲਈ ਆ। ਕਿਉਂ? ਕਿਉਂਕਿ ਆਰਟੀਕਲ 19 ਜੋ ਸਾਡਾ ਹੈ ਉਹ ਸਿਰਫ ਇੰਡੀਅਨ ਸਿਟੀਜ਼ਨਸ ਦੇ ਲਈ ਅਵੇਲੇਬਲ ਆ, ਤੇ ਅਸੀਂ ਆਰਟੀਕਲ 19(1) ਦੀ ਗੱਲ ਕਰਦੇ ਹਾਂ, 1A ਦੀ ਗੱਲ ਕਰਦੇ ਹਾਂ, ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ, ਉਹਦਾ ਹੀ ਇੱਕ ਪਾਰਟ ਅਸੀਂ ਰਾਈਟ ਟੂ ਇਨਫੋਰਮੇਸ਼ਨ ਨੂੰ ਕੰਸੀਡਰ ਕਰਦੇ ਹਾਂ। ਦੈਟਸ ਵਾਈ ਜੋ RTI ਆ ਉਹ ਸਿਰਫ ਇੰਡੀਅਨ ਸਿਟੀਜ਼ਨਸ ਹੀ ਫਾਈਲ ਕਰ ਸਕਦੇ ਨੇ। ਠੀਕ ਹੈ ਜੀ, ਕਲੀਅਰ ਹੋ ਗਿਆ ਜੀ ਕਿ ਕੋਈ ਡਾਊਟ ਹੈ? ਜੇ ਕੋਈ ਡਾਊਟ ਹੈ ਤਾਂ ਤੁਸੀਂ ਦੁਬਾਰਾ ਕਮੈਂਟ ਕਰ ਦਿਓ। 15, 16, 19, 29, 30 ਆਰ ਫॉर ਇੰਡੀਅਨ ਸਿਟੀਜ਼ਨਸ ਓਨਲੀ। ਹਾਂਜੀ ਬਿਲਕੁਲ ਠੀਕ ਹੈ ਜੀ। ਤੇ RTI ਇਜ਼ ਡਰਾਈਵਡ ਫਰੋਮ 19, ਬਿਲਕੁਲ ਠੀਕ ਹੈ। ਤੇ ਇਹੀ ਕਾਰਨ ਆ ਕਿ RTI ਸਿਰਫ ਇੰਡੀਅਨ ਸਿਟੀਜ਼ਨਸ ਵਾਸਤੇ ਅਵੇਲੇਬਲ ਹੈ। ਠੀਕ ਹੈ ਜੀ, ਠੀਕ ਹੈ। ਠੀਕ ਹੈ ਜੀ, ਇਹ ਹੋ ਗਏ ਸਾਡੇ ਕੋਲੇ ਵੀ ਇਸ਼ੂਜ਼ ਉਹਨਾਂ ਦੇ ਵਿੱਚ ਕਿਉਂ ਆ ਰਹੇ ਨੇ ਗਵਰਨਰ ਤੇ ਸਾਡੀਆਂ ਜੋ ਸਟੇਟ ਗਵਰਨਮੈਂਟਸ ਨੇ। ਫਿਰ ਆਪਾਂ ਇਹਨਾਂ ਨੂੰ ਕਿੱਦਾਂ ਸੋਲਵ ਕਿੱਦਾਂ ਕਰ ਸਕਦੇ ਹਾਂ ਨਾ, ਜੋ ਇਸ਼ੂਜ਼ ਨੇ ਇਹਨਾਂ ਨੂੰ ਕਿੱਦਾਂ ਆਪਾਂ ਉਹਨਾਂ ਨੂੰ ਸੋਲੂਸ਼ਨ ਕੀ ਹੈ ਜੀ, ਜਿਹਨੂੰ ਅਸੀਂ ਕਹਿੰਦੇ ਨੇ ਵੇ ਫਾਰਵਰਡ। ਇੰਪਲੀਮੈਂਟਿੰਗ ਦ ਰਿਕਮੈਂਡੇਸ਼ਨਸ ਆਫ ਕਮਿਸ਼ਨਸ ਲਾਈਕ ਸਰਕਾਰੀਆ ਕਮਿਸ਼ਨ, ਵੈਂਕਟਾਚਲਿਆ ਕਮਿਸ਼ਨ। ਵੈਰੀ ਇੰਪੋਰਟੈਂਟ ਇਹ ਦੋ ਕਮਿਸ਼ਨਸ ਨੇ ਜਿਨ੍ਹਾਂ ਨੇ ਆਪਣੀਆਂ ਰਿਕਮੈਂਡੇਸ਼ਨ ਸੈਂਟਰ ਸਟੇਟ ਰਿਲੇਸ਼ਨਸ ਦੀ ਵਰਕਿੰਗ ਦੇ ਉੱਪਰ ਦਿੱਤੀਆਂ ਸੀ। ਉਹਨਾਂ ਇੰਪਲੀਮੈਂਟੇਸ਼ਨਸ ਨੂੰ ਅਸੀਂ ਕਹਿ ਲਓ ਇਨ ਟੋਟੈਲਿਟੀ ਦੇ ਵਿੱਚ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ। ਇਨ ਲਾਅ ਐਂਡ ਸਪਿਰਿਟ ਅਸੀਂ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਹਾਲੇ ਤੱਕ। ਸੋ ਜੋ ਉਹਨਾਂ ਦੀਆਂ ਰਿਕਮੈਂਡੇਸ਼ਨਸ ਨੇ, ਜੋ ਉਹਨਾਂ ਨੂੰ ਪ੍ਰੋਪਰਲੀ ਇੰਪਲੀਮੈਂਟ ਕੀਤਾ ਜਾਵੇ ਤਾਂ ਇਹ ਜੋ ਕਨਫਲਿਕਟਸ ਹੋ ਰਹੇ ਨੇ ਇਹ ਘੱਟ ਹੋ ਸਕਦੇ ਨੇ। ਕੀ ਰਿਕਮੈਂਡ ਕੀਤਾ ਜੀ? ਸਰਕਾਰੀਆ ਕਮਿਸ਼ਨ ਤੇ ਵੈਂਕਟਾਚਲਿਆ ਕਮਿਸ਼ਨ ਨੇ ਰਿਕਮੈਂਡ ਕੀਤਾ, ਬੋਥ ਪ੍ਰਪੋਜ਼ਡ ਦੈਟ ਆਰਡੀਨਰਲੀ ਦ ਗਵਰਨਰ ਸ਼ੁੱਡ ਬੀ ਅਲਾਉਡ ਟੂ ਕੰਪਲੀਟ ਦ 5-year ਟਰਮ। ਕਿਉਂਕਿ ਜੇ ਉਹਨੂੰ 5 ਸਾਲਾਂ ਦੀ ਟਰਮ ਆਪਾਂ ਕਹਿਤਾ ਵੀ ਉਹਨੇ 5 ਸਾਲਾਂ ਦੀ ਟਰਮ ਆ ਤੇ ਉਹ ਕੰਪਲੀਟ ਕਰੂਗਾ ਹੀ ਕਰੂਗਾ, ਜੋ ਮਰਜ਼ੀ ਹੋ ਜੇ। ਜੇ ਨਾਰਮਲ ਕੰਡੀਸ਼ਨ ਨੇ, ਜੇ ਕੋਈ ਐਕਸਟਰਾ ਆਰਡੀਨਰੀ ਸਿਚੁਏਸ਼ਨ ਆਉਂਦੀ ਆ ਉਹ ਇੱਕ ਐਕਸੈਪਸ਼ਨ ਹੋ ਸਕਦੀ ਆ, ਬਟ ਨਾਰਮਲ ਕੇਸਿਸ ਦੇ ਵਿੱਚ ਉਹਨੂੰ 5 ਸਾਲ ਦੀ ਟਰਮ ਕੰਪਲੀਟ ਕਰਨ ਦਾ ਮੌਕਾ ਦਿੱਤਾ ਜਾਊ। ਸੋ ਜੇ ਇਹ ਪ੍ਰੋਵੀਜ਼ਨ ਅਸੀਂ ਇੰਪਲੀਮੈਂਟ ਕਰ ਦਈਏ ਤਾਂ ਉਸ ਆਫਿਸਰ ਨੂੰ ਜਾਂ ਗਵਰਨਰ ਨੂੰ, ਉਸ ਪਰਸਨ ਨੂੰ ਆਪਣਾ ਆਫਿਸ ਸਿਕਿਉਰ ਕਰਨ ਦੇ ਲਈ ਸੈਂਟਰਲ ਲਾਈਨ ਨੂੰ ਫੋਲੋ ਨਹੀਂ ਕਰਨਾ ਪਊ, ਸੈਂਟਰਲ ਐਡਵਾਈਸ ਨੂੰ ਫੋਲੋ ਨਹੀਂ ਕਰਨਾ ਪਊ। ਸੋ ਇੰਡੀਪੈਂਡੈਂਟਲੀ ਐਕਟ ਕਰ ਸਕੂ। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਇਹ ਅਸੀਂ ਜੇ ਮੇਨਸ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ, ਪੁੱਛਿਆ ਜਾ ਸਕਦਾ, ਵੈਰੀ ਇਹਦੇ ਬਹੁਤ ਜ਼ਿਆਦਾ ਚਾਂਸਿਸ ਨੇ, ਕਿਉਂਕਿ ਪਿਛਲੇ 3-4 ਮਹੀਨਿਆਂ ਤੋਂ, ਪਿਛਲੇ 5 ਮਹੀਨਿਆਂ ਤੋਂ ਰੈਗੂਲਰਲੀ ਨਿਊਜ਼ ਦੇ ਵਿੱਚ ਆਏ ਤੇ ਕਿਸੇ ਪਾਰਟੀਕੂਲਰ ਇੱਕ ਸਟੇਟ ਦੇ ਕੰਸਰਨ 'ਚ ਨਹੀਂ ਹੈ, ਮੋਸਟ ਆਫ ਦਾ ਸਟੇਟਸ ਦੇ ਕੰਸਰਨ ਦੇ ਵਿੱਚ ਇਹ ਨਿਊਜ਼ ਚੱਲ ਰਹੀ ਆ। ਸੋ ਬਹੁਤ ਹਾਈ ਚਾਂਸਿਸ ਨੇ ਕਿ ਇਦਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ। ਸੋ ਉਹਦੇ 'ਚ ਤੁਸੀਂ ਇਹ ਦੋ ਕਮਿਸ਼ਨਸ ਨੇ ਜਿਹੜੇ ਜਦੋਂ ਆਪਾਂ ਕਿਸੇ ਆਫੀਸ਼ੀਅਲ ਡਾਕੂਮੈਂਟ ਨੂੰ ਕੋਟ ਕਰਦੇ ਹਾਂ ਤਾਂ ਉਹ ਸਾਡੇ ਆਨਸਰ ਦੇ ਵਿੱਚ ਇੱਕ ਵੈਲਿਊ ਐਡ ਕਰਦਾ। ਸੋ ਧਿਆਨ ਰੱਖਿਓ, ਸਰਕਾਰੀਆ ਕਮਿਸ਼ਨ, ਵੈਂਕਟਾਚਲਿਆ ਕਮਿਸ਼ਨ ਬੋਥ ਹੈਵ ਪ੍ਰਪੋਜ਼ਡ ਦੈਟ ਦ ਗਵਰਨਰ ਮਸਟ ਬੀ ਅਲਾਉਡ ਟੂ ਕੰਪਲੀਟ ਦ ਟਰਮ ਆਫ 5 years। ਠੀਕ ਹੈ ਜੀ, ਸੋ ਦੈਟ ਉਹਨੂੰ ਆਪਣੀਆਂ ਕਹਿ ਲਓ ਵੀ ਸੈਂਟਰਲ ਫੇਵਰ ਦੀ ਲੋੜ ਹੀ ਨਾ ਪਵੇ। ਦੈਨ ਪੁੰਚੀ ਕਮਿਸ਼ਨ, ਇਹ ਵੀ ਇੱਕ ਸੈਂਟਰ ਸਟੇਟ ਰਿਲੇਸ਼ਨਸ ਤੇ ਇੱਕ ਇੰਪੋਰਟੈਂਟ ਕਮਿਸ਼ਨ ਆ, 2007 ਦੇ ਵਿੱਚ ਬਣਿਆ ਸੀ। ਇਹਦੀਆਂ ਰਿਕਮੈਂਡੇਸ਼ਨਸ ਦੀ ਵੀ ਅਸੀਂ ਗੱਲ ਕਰ ਸਕਦੇ ਹਾਂ। ਕਹਿੰਦਾ ਇਹਨਾਂ ਨੇ ਕੀ ਕਿਹਾ? that removal must be made on a resolution
ਆਫ ਦਾ ਸਟੇਟ ਲੈਜਿਸਲੇਚਰ। ਕਿਉਂਕਿ ਜਦੋਂ ਅਸੀਂ ਪ੍ਰੈਜ਼ੀਡੈਂਟ ਦੇ ਰਿਮੂਵਲ ਦੀ ਇੰਪੀਚਮੈਂਟ ਦੀ ਗੱਲ ਕਰਦੇ ਹਾਂ ਤਾਂ ਉਹ ਸਾਡਾ ਪਾਰਲੀਮੈਂਟ ਦੇ ਵਿੱਚ ਇੰਪੀਚਮੈਂਟ ਮੋਸ਼ਨ ਲਿਆਂਦਾ ਜਾਂਦਾ, ਤੇ ਜਦੋਂ ਅਸੀਂ ਗਵਰਨਰ ਨੂੰ, ਕਿਉਂਕਿ ਅਸੀਂ ਮੰਨਦੇ ਹਾਂ ਗਵਰਨਰ ਆ ਜੋ ਕੋਰਸਪੋਂਡਿੰਗ ਟੂ ਪ੍ਰੈਜ਼ੀਡੈਂਟ ਆ, ਪ੍ਰੈਜ਼ੀਡੈਂਟ ਸੈਂਟਰ ਤੇ ਗਵਰਨਰ ਸਾਡੀ ਸਟੇਟ ਤੇ। ਸੋ ਜਦੋਂ ਅਸੀਂ ਗਵਰਨਰ ਨੂੰ ਰਿਮੂਵ ਕਰਨਾ ਉਹਦੇ ਲਈ ਵੀ ਸਾਨੂੰ ਉੱਦਾਂ ਦਾ ਹੀ ਇੱਕ ਪ੍ਰੋਸੀਜਰ ਫੋਲੋ ਕਰਨਾ ਚਾਹੀਦਾ ਜਿਹਦੇ 'ਚ ਸਟੇਟ ਲੈਜਿਸਲੇਚਰ ਦੇ ਪ੍ਰਪੋਜ਼ ਜਦੋਂ ਜੇ ਪ੍ਰਪੋਜ਼ ਕਰੇ ਤਾਂ ਉਹਨੂੰ ਗਵਰਨਰ ਨੂੰ ਰਿਮੂਵ ਕੀਤਾ ਜਾਵੇ, ਅਦਰਵਾਈਜ਼ ਨਾ ਕੀਤਾ ਜਾਵੇ। Second recommendation also held that governor must not be burdened with the role of chancellor of state universities। ਜੋ ਕੇਰਲ ਗਵਰਨਮੈਂਟ ਕਹਿ ਰਹੀ ਆ ਉਹ ਪੁੰਚੀ ਕਮਿਸ਼ਨ ਦੀ ਰეკਮੈਂਡੇਸ਼ਨ ਨੂੰ ਹੀ ਕਹਿ ਲਓ ਇੱਕ ਪ੍ਰੈਕਟੀਕਲ ਸ਼ੇਪ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਇਹ ਕਮਿਸ਼ਨਸ ਧਿਆਨ ਰੱਖਿਓ, ਉਹਨਾਂ ਦੀਆਂ ਰეკਮੈਂਡੇਸ਼ਨਸ ਤੁਸੀਂ ਲਿਖੋ ਜੇ ਕੁਐਸਚਨ ਪੁੱਛਿਆ ਜਾਂਦਾ ਵੇ ਫਾਰਵਰਡ ਦੇ ਵਿੱਚ, ਕਿਉਂਕਿ ਜਦੋਂ ਵੇ ਫਾਰਵਰਡ ਦੇ ਵਿੱਚ ਅਸੀਂ ਸੁਜੈਸ਼ਨ ਦੇਣੇ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਜੋ ਸਾਡਾ ਇਸ਼ੂ ਹੈ ਉਹਨੂੰ ਅਸੀਂ ਐਡਰੈਸ ਕਰ ਸਕੀਏ। ਠੀਕ ਹੈ, ਵੈਰੀ ਇੰਪੋਰਟੈਂਟ। ਦੈਨ ਸਟਰੈਂਥਨਿੰਗ ਦਾ ਫੈਡਰਲਿਜ਼ਮ, ਜੋ ਸਾਡਾ ਫੈਡਰਲ ਸਟਰਕਚਰ ਹੈ ਉਹਨੂੰ ਅਸੀਂ ਸਟਰੈਂਥਨ ਕਰੀਏ। ਟੂ ਚੈੱਕ ਦਾ ਮਿਸਯੂਜ਼ ਆਫ ਆਫਿਸ ਆਫ ਗਵਰਨਰ, ਕਿਉਂਕਿ ਆਫਿਸ ਆਫ ਗਵਰਨਰ ਦਾ ਮਿਸਯੂਜ਼ ਹੁੰਦਾ। ਮਿਸਯੂਜ਼ ਕਿਵੇਂ ਹੁੰਦਾ? ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰੈਜ਼ੀਡੈਂਸ਼ੀਅਲ ਰੂਲ ਦੀ, ਪ੍ਰੈਜ਼ੀਡੈਂਟਸ ਰੂਲ ਕਿਸੇ ਸਟੇਟ ਗਵਰਨਮੈਂਟ ਦੇ ਵਿੱਚ ਆਪਾਂ ਸਟੇਟ ਦੇ ਵਿੱਚ ਲਾਉਣਾ ਤਾਂ ਉਹ ਆਨ ਦਾ ਐਡਵਾਈਸ ਆਫ ਗਵਰਨਰ ਲੱਗਦਾ, ਜਾਂ ਕਹਿ ਲਓ ਸਟੇਟ ਕੋਈ ਐਗਜ਼ੀਕਿਊਟਿਵ ਆ ਉਹਨੂੰ ਰਿਮੂਵ ਕਰਨਾ ਉਹ ਗਵਰਨਰ ਕਰਦਾ ਹੈ ਨਾ। ਸੋ ਉਹਨਾਂ ਚੀਜ਼ਾਂ ਦੇ ਵਿੱਚ ਕਹਿ ਲਓ ਗਵਰਨਰ ਨੂੰ ਐਜ਼ ਅ ਪਪੇਟ ਇਨ ਦਾ ਹੈਂਡਸ ਆਫ ਸੈਂਟਰ ਯੂਜ਼ ਕੀਤਾ ਜਾਂਦਾ, ਜਿਵੇਂ ਸੈਂਟਰ ਚਾਹੁੰਦਾ ਉਵੇਂ ਉਹ ਤੋਂ ਕਰਵਾ ਲੈਂਦੇ ਨੇ ਤੇ ਮਿਸਯੂਜ਼ ਹੁੰਦਾ ਗਵਰਨਰ ਦੇ ਆਫਿਸ ਦਾ। ਸੋ ਜੇ ਅਸੀਂ ਫੈਡਰਲਿਜ਼ਮ ਸਾਡੇ ਫੈਡਰਲ ਸਟਰਕਚਰ ਨੂੰ ਇੰਪਰੂਵ ਕਰ ਦਾਂਗੇ, ਸਟੇਟਸ ਨੂੰ ਜ਼ਿਆਦਾ ਇੰਪਾਵਰ ਕਰ ਦਾਂਗੇ, ਤਾਂ ਅਸੀਂ ਆਫਿਸ ਆਫ ਗਵਰਨਰ ਦੇ ਮਿਸਯੂਜ਼ ਨੂੰ ਚੈੱਕ ਕਰ ਸਕਦੇ ਹਾਂ। ਦੇਅਰ ਇਜ਼ ਅ ਨੀਡ ਟੂ ਸਟਰੈਂਥਨ ਦਾ ਫੈਡਰਲ ਸੈਟਅਪ ਇਨ ਇੰਡੀਆ। ਠੀਕ ਹੈ ਜੀ। ਦੈਨ ਅਸੀਂ ਇੱਕ ਰਿਕਮੈਂਡੇਸ਼ਨ ਦੇ ਸਕਦੇ ਹਾਂ ਰਿਫਾਰਮਿੰਗ ਦਾ ਮੈਥਡ ਆਫ ਅਪਾਇੰਟਮੈਂਟ ਆਫ ਗਵਰਨਰਸ, ਕਿਉਂਕਿ ਹਾਲੇ ਤੱਕ ਸਾਨੂੰ ਪਤਾ ਕਿ ਸੈਂਟਰਲ ਗਵਰਨਮੈਂਟ ਆਪਣੀ ਮਰਜ਼ੀ ਨਾਲ ਕਿਸੇ ਵੀ ਬੰਦੇ ਨੂੰ ਅਪਾਇੰਟ ਕਰ ਦਿੰਦੀ ਹੈ ਐਜ਼ ਅ ਗਵਰਨਰ। ਜੇ ਅਸੀਂ ਗਵਰਨਰ ਦੀ ਅਪਾਇੰਟਮੈਂਟ ਦੇ ਲਈ ਕੋਈ ਇੰਡੀਪੈਂਡੈਂਟ ਬੋਡੀ ਰੱਖ ਲਈਏ ਜਿਹਦੇ 'ਚ ਸਟੇਟ ਗਵਰਨਮੈਂਟਸ ਦੀ ਹਿੱਸੇਦਾਰੀ ਵੀ ਹੋਵੇ, ਉਹਨਾਂ ਦੀ ਪਾਰਟਿਸਿਪੇਸ਼ਨ ਵੀ ਹੋਵੇ, ਪਲੱਸ ਸੈਂਟਰਲ ਗਵਰਨਮੈਂਟ ਦੀ ਪਾਰਟਿਸਿਪੇਸ਼ਨ ਹੋਵੇ, ਉਹਨਾਂ ਦੀ ਰਿਕਮੈਂਡੇਸ਼ਨ ਦੇ ਜੇ ਅਸੀਂ ਗਵਰਨਰਸ ਨੂੰ ਅਪਾਇੰਟ ਕਰਾਂਗੇ ਤਾਂ ਅਸੀਂ ਹੋਪ ਕਰ ਸਕਦੇ ਹਾਂ ਕਿ ਜੋ ਗਵਰਨਰ ਆ ਉਹ ਇੰਡੀਪੈਂਡੈਂਟਲੀ ਜਾਂ ਕਹਿ ਲਓ ਬਿਨਾਂ ਕਿਸੇ ਪਾਰਟੀ ਨੂੰ ਫੇਵਰ ਕਰੇ ਐਕਟ ਕਰ ਸਕੂ, ਆਪਣੇ ਆਫਿਸ ਦੀਆਂ ਡਿਊਟੀਜ਼ ਨੂੰ ਡਿਲੀਵਰ ਕਰ ਸਕੂ। ਸੋ ਉਹਦੇ ਨਾਲ ਕਨਫਲਿਕਟ ਹੋਰ ਘੱਟ ਹੋਣ ਦੇ ਚਾਂਸਿਸ ਪੋਸੀਬਿਲਿਟੀਜ਼ ਹੈ। ਠੀਕ ਹੈ ਜੀ। ਤੇ ਹੁਣ ਸਾਡਾ ਜੋ ਕੁਐਸਚਨ ਸੀਗਾ ਉਹਦਾ ਆਨਸਰ ਕਾਫੀ ਬੱਚਿਆਂ ਨੇ ਕੀਤਾ। ਆਲ ਆਰ ਕਰੈਕਟ। ਕਿਰਨਦੀਪ ਜੀ ਕਹਿ ਰਹੇ ਨੇ ਏ, ਮਤਲਬ ਆਲ 3 ਸਟੇਟਮੈਂਟਸ ਆਰ ਕਰੈਕਟ। ਸਾਰੇ ਆਲ 3 ਸਟੇਟਮੈਂਟਸ ਆਰ ਕਰੈਕਟ ਕਹਿ ਰਹੇ ਨੇ ਜੀ। ਫਸਟ ਹੈ ਐਜ਼ ਪਰ ਦਾ ਕਨਸਟੀਟਿਊਸ਼ਨ 2 ਔਰ ਮੋਰ ਸਟੇਟਸ ਕੈਨ ਹੈਵ ਸਿੰਗਲ ਗਵਰਨਰ। ਠੀਕ ਹੈ ਜੀ, ਬਿਲਕੁਲ ਠੀਕ ਹੈ ਸਟੇਟਮੈਂਟ ਇਹ। ਸੈਕੰਡ ਸਟੇਟਮੈਂਟ ਗਵਰਨਰ ਹੋਲਡਸ ਦਾ ਆਫਿਸ ਡਿਊਰਿੰਗ ਦਾ ਪਲੇਜ਼ਰ ਆਫ ਪ੍ਰੈਜ਼ੀਡੈਂਟ। ਠੀਕ ਹੈ ਜੀ, ਇਹ ਵੀ ਠੀਕ ਹੈ। ਥਰਡ ਸਟੇਟਮੈਂਟ ਆਫਿਸ ਆਫ ਦਾ ਗਵਰਨਰ ਇਜ਼ ਕੰਸਿਡਰਡ ਐਜ਼ ਐਨ ਇੰਪਲੋਇਮੈਂਟ ਅੰਡਰ ਦਾ ਸੈਂਟਰਲ ਗਵਰਨਮੈਂਟ। ਨਹੀਂ ਜੀ, ਇਹ ਗਲਤ ਹੈ। ਕਿਉਂ ਗਲਤ ਹੈ? ਸੁਪਰੀਮ ਕੋਰਟ ਨੇ ਇਹ ਸਟੇਟਮੈਂਟ ਦਿੱਤੀ ਸੀ ਬਿਕੋਜ਼ ਸਾਨੂੰ ਪਤਾ ਜੋ ਆਫਿਸ ਆਫ ਗਵਰਨਰ ਆ ਇਹ ਇੱਕ ਕਨਸਟੀਟਿਊਸ਼ਨਲ ਬੋਡੀ ਆ। ਕਨਸਟੀਟਿਊਸ਼ਨਲ ਬੋਡੀ ਆ ਤੇ ਇੱਕ ਇੰਡੀਪੈਂਡੈਂਟ ਬੋਡੀ ਆ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ, ਕਨਸਟੀਟਿਊਸ਼ਨਲ ਬੋਡੀਜ਼ ਉਹ ਨੇ ਜਿਹੜੀਆਂ ਐਗਜ਼ੀਕਿਊਟਿਵ ਤੋਂ ਇੰਡੀਪੈਂਡੈਂਟ ਬੋਡੀਜ਼ ਨੇ। ਇਹਨਾਂ ਦੀ ਵਰਕਿੰਗ ਦੇ ਵਿੱਚ ਐਗਜ਼ੀਕਿਊਟਿਵ ਦਾ ਇੰਟਰਫੇਰੈਂਸ ਨਹੀਂ ਹੈ। ਇਹ ਕਨਸਟੀਟਿਊਸ਼ਨ ਦੇ ਅਕੋਰਡਿੰਗ ਇਹੀ ਆ, ਬਟ ਪ੍ਰੈਕਟੀਕਲੀ ਜਾਂ ਵਰਕਿੰਗ ਦੇ ਵਿੱਚ ਠੀਕ ਹੈ ਨਹੀਂ ਹੈ। ਜਿਵੇਂ ਤੁਹਾਨੂੰ ਦੱਸਿਆ ਵੀ ਕਨਫਲਿਕਟ ਹੋ ਰਹੇ ਨੇ ਬਿਕੋਜ਼ ਸੈਂਟਰਲ ਗਵਰਨਮੈਂਟ ਮਿਸਯੂਜ਼ ਕਰ ਰਹੀ ਹੈ ਉਸ ਆਫਿਸ ਨੂੰ। ਬਟ ਜੋ ਸਾਡੇ ਕਨਸਟੀਟਿਊਸ਼ਨ ਦਾ ਆਈਡੀਆ ਹੈ, ਜੋ ਉਹਦੀ ਫਿਲਾਸਫੀ ਹੈ, ਉਹਦੇ ਅਕੋਰਡਿੰਗ ਜੋ ਆਫਿਸ ਆਫ ਗਵਰਨਰ ਹੈ ਇਟ ਇਜ਼ ਐਨ ਇੰਡੀਪੈਂਡੈਂਟ ਆਫਿਸ। ਇਟ ਇਜ਼ ਨਾਟ ਕੰਸਿਡਰਡ ਐਜ਼ ਐਨ ਇੰਪਲੋਇਮੈਂਟ ਅੰਡਰ ਦਾ ਸੈਂਟਰਲ ਗਵਰਨਮੈਂਟ। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਤੇ ਇਹ ਸੁਪਰੀਮ ਕੋਰਟ ਨੇ ਇੱਕ ਜਜਮੈਂਟ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਸੀ। ਸੋ ਇਹ ਸਟੇਟਮੈਂਟ ਗਲਤ ਹੈ। ਇਜ਼ ਨਾਟ ਐਨ ਇੰਪਲੋਇਮੈਂਟ ਅੰਡਰ ਦਾ ਸੈਂਟਰਲ ਗਵਰਨਮੈਂਟ। ਨਹੀਂ ਹੈ ਜੀ, ਸੈਂਟਰਲ ਗਵਰਨਮੈਂਟ ਦੇ ਅੰਡਰ ਇੰਪਲੋਇਮੈਂਟ ਨਹੀਂ ਹੈ, ਇੱਕ ਇੰਡੀਪੈਂਡੈਂਟ ਆਫਿਸ ਹੈ, ਕਨਸਟੀਟਿਊਸ਼ਨਲ ਆਫਿਸ ਹੈ। ਸੋ ਇਹਦਾ ਆਨਸਰ ਆਊਗਾ 1 and 2 ਓਨਲੀ। ਇਹ ਨੰਬਰਿੰਗ ਦੇ ਵਿੱਚ ਥੋੜਾ ਇੱਥੇ ਗਲਤ ਹੋ ਗਿਆ ਕੁਝ ਟਾਈਪਿੰਗ ਦੇ ਵਿੱਚ ਨਾ, 1 2 3। ਠੀਕ ਹੈ ਜੀ। ਸੋ ਇਹ ਇਹਦਾ ਆਨਸਰ ਸੀ। ਤੇ ਹੁਣ ਇਹਦੇ 'ਚ ਸਾਡੇ 1-2 ਟੌਪਿਕਸ ਰਹਿ ਗਏ, ਉਹ ਆਪਾਂ ਕੱਲ੍ਹ ਦੀ ਕਲਾਸ 'ਚ ਕਵਰ ਕਰਾਂਗੇ ਕਿਉਂਕਿ ਹੁਣ ਟਾਈਮ ਹੋ ਗਿਆ। ਲੈਂਦੀ ਟੌਪਿਕਸ ਸੀ, ਇਹਨਾਂ ਦੇ ਟਾਈਮ ਲੱਗ ਗਿਆ ਆਪਾਂ ਨੂੰ। ਸੇ ਬਸ ਹੁਣ ਆਪਾਂ 9 ਵਜੇ ਐਗਜ਼ੈਕਟ 9 ਵਜੇ ਆਪਾਂ ਪੰਜਾਬ ਜੀਕੇ ਦੀ ਕਲਾਸ ਸਟਾਰਟ ਕਰਾਂਗੇ। ਵੈਰੀ ਇੰਪੋਰਟੈਂਟ, ਉਹਦੇ 'ਚ ਵੀ ਬਹੁਤ ਇੰਪੋਰਟੈਂਟ ਟੌਪਿਕਸ ਤੁਹਾਡੇ ਲਈ ਅੱਜ ਹੈ। ਤੇ ਕੁਝ ਆਪਾਂ ਜੋ ਸਾਡੇ ਅੱਜ ਕੁਇਜ਼ ਦੇ ਕੁਐਸਚਨ ਸੀ ਉਹਨਾਂ ਬਾਰੇ ਵੀ 1-2 ਕੁਐਸਚਨਸ ਬਾਰੇ ਡਿਸਕਸ਼ਨ ਕਰਾਂਗੇ। ਸੋ ਥੈਂਕ ਯੂ ਵੈਰੀ ਮਚ। ਤੇ ਜਰੂਰ ਕਰੰਟ ਅਫੇਅਰਸ ਪੰਜਾਬ ਜੀਕੇ ਵਾਲੀ ਕਲਾਸ 'ਚ ਵੀ ਜਰੂਰ ਪਾਰਟਿਸਿਪੇਟ ਕਰਿਓ ਜੀ।